मैं लफेड़ा छड्डू तेन मैं दसा सालिया जे 250 ग्राम पाइया जलेबियां के पिछे असीं अपना ट्रेडमार्क पाता तो सालिया मैं तो 2 महीनों च गंजा हो जूंगे थे। Oh, you dirty man! What the hell you are doing? What the hell? The dirt you are selling? ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਅੱਜ ਅਸੀਂ ਪਹੁੰਚੇ ਹਾਂ ਪ੍ਰਭ ਆਸਰਾ ਸੰਸਥਾ, ਜਿੱਥੇ ਕਿ ਮਾਨਸਿਕ ਸਿਹਤ ਜਾਗਰੂਕਤਾ ਕੈਂਪ 2023 ਦਾ ਆਯੋਜਨ ਕੀਤਾ ਗਿਆ। ਸੋ ਇਸ ਕੈਂਪ ਦਾ ਮਕਸਦ ਜਿਹੜਾ ਹੈਗਾ ਉਹ ਮਾਨਸਿਕ ਰੋਗਾਂ ਤੇ ਪੀੜਤ ਨਾਗਰਿਕਾਂ ਨੂੰ ਬਚਾਉਣ ਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤੇ ਉਹਦੇ ਨਾਲ ਹੀ ਨਾਲ ਮੈਂਟਲ ਹੈਲਥ ਐਕਟ ਲਾਗੂ ਕਰਵਾਉਣ ਦੇ ਵਿੱਚ ਇੱਕ ਕੋਸ਼ਿਸ਼ ਹੈ ਕਿ ਜਿਹੜੀ ਇਹ ਪ੍ਰਭ ਆਸਰਾ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ। ਸੋ ਇਸ ਕੋਸ਼ਿਸ਼ ਦਾ ਹਿੱਸਾ ਬਣਦੇ ਹੋਏ ਅਸੀਂ ਵੀ ਅੱਜ ਇੱਥੇ ਪਹੁੰਚੇ ਹਾਂ। ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕੈਂਪ ਹੈ ਉਹ ਲਿਖਿਆ ਗਿਆ। ਛੋਟੇ ਬੱਚਿਆਂ ਵੱਲੋਂ ਕਿਸ ਤਰੀਕੇ ਦੇ ਨਾਲ ਪਰਫਾਰਮੈਂਸਸ ਦੇ ਕੇ ਇਹ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਮੈਂਟਲ ਹੈਲਥ ਇੱਕ ਇੱਦਾਂ ਦੀ ਪ੍ਰੋਬਲਮ ਹੈ ਜਿਹਦੇ ਵੱਲ ਆਮ ਤੌਰ ਦੇ ਉੱਤੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ, ਪਰ ਇਸ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਆਪਣੀ ਸਿਹਤ ਦਾ ਤਾਂ ਖਿਆਲ ਰੱਖ ਲੈਂਦੇ ਹਾਂ, ਪਰ ਮਾਨਸਿਕ ਸਿਹਤ ਦਾ ਖਿਆਲ ਨਹੀਂ ਰੱਖਦੇ। ਅਸੀਂ ਆਪਣੀ ਫਿਜ਼ੀਕ ਦਾ ਆਪਣੇ ਸਰੀਰ ਦਾ ਧਿਆਨ ਰੱਖਦੇ ਹਾਂ, ਪਰ ਮਾਨਸਿਕ ਰੋਗਾਂ ਦੇ ਵੱਲ ਬਿਲਕੁਲ ਵੀ ਅਸੀਂ ਜਿਹੜੀ ਹੈ ਉਹ ਚਿੰਤਨ ਪੇਸ਼ ਨਹੀਂ ਕਰਦੇ। ਸੋ ਇਸ ਲਈ ਅੱਜ ਇਹ ਕੈਂਪ ਹੈ ਜਿਹੜਾ ਆਯੋਜਿਤ ਕੀਤਾ ਗਿਆ। ਸੋ ਆਓ ਅੰਦਰ ਜਾਂਦੇ ਹਾਂ ਔਰ ਗੱਲਬਾਤ ਕਰਦੇ ਹਾਂ ਪ੍ਰਭ ਆਸਰਾ ਦੇ ਸੰਸਥਾਪਕ ਸਰਦਾਰ ਸ਼ਮਸ਼ੇਰ ਸਿੰਘ ਜੀ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਔਰ ਜਾਣਦੇ ਹਾਂ ਕਿ ਉਹ ਇਸ ਕੈਂਪ ਦੇ ਨਾਲ ਕੀ ਕੋਸ਼ਿਸ਼ਾਂ ਕਰ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਜਾਗਰੂਕਤਾ ਫੈਲਾਉਣ ਦੇ ਵਿੱਚ ਹੁਣ ਤੱਕ ਉਹ ਕਿੰਨੇ ਕਾਮਯਾਬ ਹੋ ਪਾਏ ਨੇ ਤੇ ਅੱਗੇ ਉਹਨਾਂ ਦੇ ਕੀ ਪਲਾਨਸ ਨੇ। ਆਓ ਸ਼ੁਰੂ ਕਰਦੇ ਹਾਂ। ਸਾਡੇ ਘਰ ਵਿੱਚ ਪਹਿਲਾਂ ਕਿਸੇ ਨੂੰ ਕੋਈ ਮੈਂਟਲ ਪ੍ਰੋਬਲਮ ਹੋਈ ਹੋਵੇ, ਹਾਂਜੀ ਇਹਨਾਂ ਦੇ ਗ੍ਰੈਂਡਫਾਦਰ ਨੂੰ ਤੇ ਜੀ ਕਿਸੇ ਤਰ੍ਹਾਂ ਦੀ ਐਂਜ਼ਾਈਟੀ, ਐਂਗਰ, ਹਾਂਜੀ ਐਂਜ਼ਾਈਟੀ ਦਾ ਸ਼ੋਅ ਕਰਦੀ ਹੈ ਜੀ, ਚਿੜਚਿੜੀ ਰਹਿੰਦੀ ਆ, ਸਭ ਤੇ ਗੁੱਸਾ ਕਰਦੀ ਹੈ ਜੀ, ਲੋ ਸੈਲਫ ਐਸਟੀਮ, ਹਾਂਜੀ ਉਹ ਵੀ ਹੈ, ਆਪਣੇ ਆਪ ਤੇ ਵਿਸ਼ਵਾਸ ਨਹੀਂ ਰੱਖਦੀ ਜੀ, ਕਿਸੇ ਤਰ੍ਹਾਂ ਦਾ ਟਰੋਮਾ ਨਹੀਂ ਜੀ, ਐਦਾਂ ਦੀ ਤਾਂ ਕੋਈ ਗੱਲ ਨਹੀਂ ਜੀ, ਫਿਜ਼ੀਕਲ ਅਬਿਊਜ਼, ਸੈਕਸ਼ੂਅਲ ਨਹੀਂ ਜੀ, ਐਦਾਂ ਕੋਈ ਗੱਲ ਨਹੀਂ ਜੀ। ਤੁਸੀਂ ਥੋੜਾ ਟਾਈਮ ਬੈਠੋ, ਵੇਟ ਕਰੋ, ਮੈਂ ਦੱਸਦੀ ਹਾਂ। ਹਾਂਜੀ ਅਸੀਂ ਅੱਜ ਪਹੁੰਚੇ ਹੋਏ ਹਾਂ ਪ੍ਰਭ ਆਸਰਾ, ਜਿੱਥੇ ਕਿ ਮਾਨਸਿਕ ਸਿਹਤ ਜਾਗਰੂਕਤਾ ਕੈਂਪ 2023 ਚੱਲ ਰਿਹਾ ਹੈ ਔਰ ਇਸ ਕੈਂਪ ਦੇ ਵਿੱਚ ਕੀ ਕੁਝ ਖਾਸ ਹੈ ਤੇ ਇਸ ਦੇ ਨਾਲ ਕਿਸ ਤਰੀਕੇ ਦੀ ਜਾਗਰੂਕਤਾ ਫੈਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੀਬੀ ਰਜਿੰਦਰ ਕੌਰ ਜੀ ਇੱਥੇ ਮੌਜੂਦ ਨੇ। ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਦੇਖਦੇ ਕਿ ਮਾਨਸਿਕ ਸਿਹਤ ਦੇ ਪ੍ਰਤੀ ਜਾਗਰੂਕਤਾ ਦੇ ਲਈ ਤੁਸੀਂ ਹਮੇਸ਼ਾ ਉਪਰਾਲੇ ਕਰਦੇ ਰਹਿੰਦੇ ਹੋ। ਉਹਨਾਂ ਦੇ ਵਿੱਚੋਂ ਇੱਕ ਇਹ ਕੈਂਪ ਜਿਹੜਾ ਹੈ ਇੱਕ ਉਪਰਾਲਾ ਹੈ। ਸੋ ਅੱਜ ਇਸ ਕੈਂਪ ਦੇ ਰਾਹੀਂ ਕੀ ਸੁਨੇਹਾ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਭ ਆਸਰਾ ਵੱਲੋਂ? ਮੇਨਲੀ ਇਹ ਮੰਥ ਮਈ ਮਹੀਨਾ ਮੈਂਟਲ ਹੈਲਥ ਅਵੇਅਰਨੈਸ ਮਹੀਨਾ ਹੁੰਦਾ ਹੈਗਾ, ਆਲ ਓਵਰ ਵਰਲਡ ਮਨਾਇਆ ਜਾਂਦਾ ਹੈ ਅਤੇ ਸਾਡਾ ਤਾਂ ਬਹੁਤ ਸ਼ੁਰੂ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਅਸੀਂ ਕਿਸ ਤਰ੍ਹਾਂ ਪਬਲਿਕ ਤੱਕ ਇਹ ਸੁਨੇਹਾ ਪਹੁੰਚਾ ਸਕੀਏ ਕਿ ਜਿਹੜੇ ਮੈਂਟਲੀ ਇਲ ਹੈ ਇਹ ਇੰਪਰੂਵ ਹੋ ਸਕਦੇ ਹੈ। ਸਿਰਫ ਇਹਨਾਂ ਨੂੰ ਟਾਈਮਿੰਗਲੀ ਉਹ ਟਰੀਟਮੈਂਟ ਮਿਲ ਜਾਏ, ਉਹ ਉਸ ਤਰ੍ਹਾਂ ਦਾ ਮਾਹੌਲ ਮਿਲ ਜਾਏ ਤਾਂ ਇਹ ਬਹੁਤ ਜਲਦੀ ਇੰਪਰੂਵ ਹੋ ਕੇ ਸਾਡੇ ਵਰਗੀ ਜ਼ਿੰਦਗੀ ਜੀ ਸਕਦੇ ਹੈ। ਅਤੇ ਦਿਨੋਂ ਦਿਨ ਜਿਵੇਂ ਕਿ ਡਿਪਰੈਸ਼ਨ ਵੱਧਦਾ ਜਾ ਰਿਹਾ ਹੈਗਾ ਅਤੇ ਸਟ੍ਰੈਸ ਬਹੁਤ ਜ਼ਿਆਦਾ ਵੱਧ ਚੁੱਕਿਆ ਹੈਗਾ ਅਤੇ ਉਸਨੂੰ ਜੇ ਅਸੀਂ ਪ੍ਰੋਪਰਲੀ ਟਾਈਮਿੰਗਲੀ ਟਰੀਟਮੈਂਟ ਨਾ ਕਰੀਏ ਤਾਂ ਉਹ ਇੰਨਾ ਕੁ ਸੀਵੀਅਰ ਹੋ ਜਾਂਦਾ ਹੈ ਕਿ ਉਹ ਪਰਮਾਨੈਂਟ ਡਿਸੇਬਿਲਿਟੀ ਵਿੱਚ ਕਨਵਰਟ ਹੋ ਜਾਂਦਾ ਹੈ। ਅਤੇ ਅਸੀਂ ਨਹੀਂ ਚਾਹੁੰਦੇ ਕਿ ਵੀ ਸਮਾਜ ਵਿੱਚ ਇਹ ਪਰਮਾਨੈਂਟ ਡਿਸੇਬਿਲਿਟੀ ਬਣਦੀ ਜਾਵੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਹੀ ਗਈ ਬਾਈ ਚਾਂਸ ਕਿਸੇ ਕਾਰਨ ਕਰਕੇ ਤਾਂ ਉਹਨੂੰ ਜਲਦੀ ਤੋਂ ਜਲਦੀ ਸਾਈਕੈਟਰਿਸਟ ਨੂੰ ਦਿਖਾਉਣਾ, ਸਾਈਕੋਲੋਜਿਸਟ ਤੋਂ ਕਾਉਂਸਲਿੰਗ ਕਰਵਾਉਣਾ ਇਹ ਬਹੁਤ ਲਾਜ਼ਮੀ ਹੈਗਾ। ਉਹ ਸਟਿਗਮਾ ਖਤਮ ਕਰਨ ਲਈ ਕਿ ਇਸ ਨੂੰ ਅਸੀਂ ਇਹ ਮੰਨ ਕੇ ਨਾ ਚੱਲੀਏ ਕਿ ਹਾਏ ਸਾਨੂੰ ਮੈਂਟਲ ਇਲਨੈਸ ਹੋ ਗਈ ਤਾਂ ਕੀ ਹੋ ਗਿਆ, ਨਹੀਂ, ਇਹ ਸਾਨੂੰ ਦਬਾਉਣਾ ਪਏਗਾ ਕਿ ਇਹ ਅੱਜ ਤਾਂ ਸਟ੍ਰੈਸ ਡਿਪਰੈਸ਼ਨ ਬਹੁਤ ਜ਼ਿਆਦਾ ਵੱਧ ਚੁੱਕਿਆ ਕਿਉਂਕਿ ਅਸੀਂ ਆਪਣੇ ਇਹਨੇ ਕਾਰੋਬਾਰੀ ਉਹਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੇ ਹਾਂ, ਮਟੀਰੀਅਲਿਸਟਿਕ, ਇੰਡੀਵਿਜੂਅਲਿਸਟਿਕ ਇੰਨੇ ਹੋ ਚੁੱਕੇ ਹਾਂ ਕਿ ਜਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਇੱਕ ਦੂਜੇ ਦੀ ਸਪੋਰਟ ਮਿਲਦੀ ਸੀ, ਬਟ ਹੁਣ ਇੰਡੀਵਿਜੂਅਲ ਫੈਮਿਲੀਜ਼ ਹੋਣ ਕਰਕੇ ਉਹ ਸਪੋਰਟ ਪ੍ਰੋਪਰ ਮਿਲਦੀ ਨਹੀਂ ਹੈ, ਜਿਸ ਕਰਕੇ ਹੁਣ ਉਹਨਾਂ ਨੇ ਨੌਕਰੀ 'ਤੇ ਜਾਣਾ, ਪਿੱਛੇ ਬੱਚਾ ਇਕੱਲਾ ਹੈਗਾ, ਬੱਚੇ ਨੂੰ ਕਿੱਥੇ ਛੱਡਣਾ ਹੈਗਾ, ਕੌਣ ਧਿਆਨ ਦੇਵੇਗਾ, ਸਟ੍ਰੈਸ ਵੱਧ ਜਾਂਦਾ ਹੈ। ਅਤੇ ਇਸ ਤਰ੍ਹਾਂ ਬਹੁਤ ਇਸ਼ੂਜ਼ ਹੈਗੇ ਹੈ। ਇੱਕੋ ਦਮ ਕਿਸੇ ਦੀ ਕਲੋਜ਼ ਦੀ ਡੈਥ ਹੋ ਗਈ, ਸਟ੍ਰੈਸ ਹੋ ਗਿਆ ਅਤੇ ਉਹ ਕਈ ਵਾਰੀ ਇੰਨਾ ਟਰੋਮਾ ਮਤਲਬ ਘਾਤਕ ਹੁੰਦਾ ਕਿ ਇੱਕੋ ਦਮ ਬੰਦਾ ਸ਼ੌਕ 'ਚ ਚਲਾ ਜਾਂਦਾ।
ਹਾਂਜੀ ਅੱਛਾ, ਅਸੀਂ ਇਹ ਵੀ ਦੇਖਦੇ ਹਾਂ ਕਿ ਆਮ ਤੌਰ ਦੇ ਉੱਤੇ ਲੋਕ ਹਜੇ ਤੱਕ, ਹਾਲਾਂਕਿ ਬਹੁਤ ਜ਼ਿਆਦਾ ਅਵੇਅਰਨੈਸ ਫੈਲੀ ਵੀ ਹੈ, ਪਰ ਉਸ ਦੇ ਬਾਵਜੂਦ ਵੀ ਲੋਕ ਇਹਨੂੰ ਬਿਮਾਰੀ ਸਮਝਦੇ ਹੀ ਨਹੀਂ ਹੈਗੇ। ਸੋ ਕੀ ਮਾਨਸਿਕ ਸਿਹਤ ਉਨੀ ਹੀ ਜ਼ਰੂਰੀ ਨਹੀਂ ਜਿੰਨੀ ਅਸੀਂ ਬਾਕੀ ਫਿਜ਼ੀਕਲ ਸਿਹਤ ਦੀ ਅਸੀਂ ਦੇਖਭਾਲ ਕਰਦੇ? ਬਿਲਕੁਲ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਫਿਜ਼ੀਕਲ ਹੈਲਥ ਨਾਲੋਂ ਜ਼ਿਆਦਾ ਮਾਨਸਿਕ ਹੈਲਥ ਜ਼ਰੂਰੀ ਹੈਗੀ ਹੈ। ਜੇ ਅਸੀਂ ਮਾਨਸਿਕ ਤੌਰ ਤੇ ਠੀਕ ਹੈਗੇ ਆ ਤਾਂ ਹੀ ਅਸੀਂ ਆਪਣੀ ਫਿਜ਼ੀਕਲ ਹੈਲਥ ਦਾ ਧਿਆਨ ਰੱਖ ਸਕਦੇ ਹੈਗੇ ਆ। ਤੇ ਇਸੇ ਕਰਕੇ ਸਾਡਾ ਮੇਨ ਮਕਸਦ ਸੀਗਾ ਕਿ ਅਵੇਅਰਨੈਸ ਕਰੀਏ, ਕਿ ਪਬਲਿਕ ਨੂੰ ਇਸ ਚੀਜ਼ ਤੇ ਪਤਾ ਲੱਗੇ ਕਿ ਵੀ ਹਾਂ ਅਸੀਂ ਆਪਣੀ ਮਾਨਸਿਕ ਹੈਲਥ ਨੂੰ ਪ੍ਰੋਪਰ ਠੀਕ ਰੱਖਣਾ ਹੈ। ਹੁਣ ਜਿਵੇਂ ਸਾਨੂੰ ਨੀਂਦ ਨਹੀਂ ਆਉਂਦੀ, ਇਨਸੋਮਨੀਆ ਹੋ ਜਾਂਦਾ, ਤਾਂ ਅਸੀਂ ਕਹਿੰਦੇ ਕੋਈ ਨਹੀਂ ਹੋ ਜਾਏਗਾ ਠੀਕ, ਲੇਕਿਨ ਇਹ ਵੀ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ। ਦੂਜੀ ਗੱਲ ਕਿ ਹੁਣ ਅਸੀਂ ਗੁੱਸਾ ਕਰੀ ਜਾਂਦੇ ਹਾਂ, ਬਹੁਤ ਜ਼ਿਆਦਾ ਲੜੀ ਜਾਂਦੇ ਹਾਂ ਕਿਸੇ ਨਾਲ, ਇਹ ਵੀ ਸਾਡਾ ਉਹਨਾਂ 'ਚੋਂ ਇੱਕ ਲੱਛਣ ਹੈਗਾ, ਇੱਕ ਪ੍ਰੋਬਲਮ ਹੈ। ਜਿਵੇਂ ਹੁਣ ਆਪਾਂ ਨੇ ਨਾਟਕਾਂ ਰਾਹੀਂ ਦੇਖ ਰਹੇ ਹੈਗੇ ਆ ਕਿ OCD ਉਹੀ ਚੀਜ਼ ਨੂੰ ਬਾਰ-ਬਾਰ ਤਾਲਾ ਹੀ ਚੈੱਕ ਕਰੀ ਜਾਂਦੇ ਆ, ਬਾਰ-ਬਾਰ ਆਪਣੇ ਹੈਂਡ ਸੈਨੀਟਾਈਜ਼ ਕਰੀ ਜਾਂਦੇ ਆ, ਕਦੇ ਬਾਰ-ਬਾਰ ਉਸੇ ਚੀਜ਼ ਨੂੰ ਰੈਪੀਟੀਟਿਵ ਬਿਹੇਵੀਅਰ ਹੈਗਾ। ਇਹ ਚੀਜ਼ਾਂ ਵੀ ਮੈਂਟਲ ਇਲਨੈਸ ਦੇ ਲੱਛਣ ਹੈਗੇ ਆ। ਇਹ ਹੌਲੀ-ਹੌਲੀ ਵੱਧ ਜਾਂਦੀਆਂ, ਇਸ ਕਰਕੇ ਜੇ ਇਹਨੂੰ ਟਾਈਮਿੰਗਲੀ ਕੰਟਰੋਲ ਜਿੱਥੇ ਤੱਕ ਤਾਂ ਕੁਝ ਚੰਗੀਆਂ ਆਦਤਾਂ ਦੀ ਗੱਲ ਹੈ ਤਾਂ ਠੀਕ ਹੈ, ਪਰ ਜਦੋਂ ਇਹ ਫੀਅਰ ਬਣ ਜਾਏ, ਫਿਰ ਹਾਂ obsessive ਹੋ ਜਾਏ ਤਾਂ ਇੱਕ ਸੋਚਣਾ ਚਾਹੀਦਾ ਉੱਥੇ। ਬਿਲਕੁਲ, ਫਿਰ ਬਹੁਤ ਜ਼ਰੂਰੀ ਹੈ ਸੋਚਣਾ, ਤਾਂ ਕਿ ਅਸੀਂ ਇਸ ਨੂੰ ਇੰਪਰੂਵ ਕਰ ਸਕੀਏ ਤੇ ਆਪਣੀ ਮੈਂਟਲ ਹੈਲਥ ਨੂੰ ਠੀਕ ਰੱਖ ਸਕੀਏ। ਕਿਸੇ ਨੇ ਕਿਹਾ, ਇੱਕ ਬਾਲੀਵੁੱਡ ਐਕਟਰ ਨੇ ਨਵਾਜ਼ੁਦੀਨ ਸਦੀਕੀ, ਉਹਨਾਂ ਦੇ ਬਾਰੇ ਤੁਸੀਂ ਜਾਣਦੇ ਹੋਗੇ, ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਟਵੀਟ ਕੀਤਾ ਸੀ। ਉਹਨਾਂ ਨੇ ਕਿਹਾ ਕਿ ਜਿਹੜਾ ਡਿਪਰੈਸ਼ਨ ਹੈਗਾ ਇਹ ਸ਼ਹਿਰਾਂ ਦੀ ਬਿਮਾਰੀ ਹੈ, ਪਿੰਡਾਂ ਦੇ ਵਿੱਚ ਤੇ ਅਸੀਂ ਕਦੀ ਇਸ ਨੂੰ ਸੁਣਿਆ ਨਹੀਂ। ਸੋ ਇਹਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ? ਵਾਕਈ ਜਿਹੜੀ ਆਪਾਂ ਹੁਣ ਥੋੜ੍ਹੀ ਦੇਰ ਪਹਿਲਾਂ ਗੱਲ ਕੀਤੀ ਹੈ ਕਿ ਪਿੰਡਾਂ ਵਿੱਚ ਇਹ ਹੈਗਾ ਜ਼ਰੂਰ ਹੈ, ਪਰ ਬਹੁਤ ਰੇਅਰ ਹੈ, ਕਿਉਂਕਿ ਉੱਥੇ ਕਮਿਊਨਿਟੀ ਇੱਕ ਦੂਜੇ ਨੂੰ ਸਪੋਰਟਿਵ ਹੈਗੀ ਆ, ਇੱਕ ਦੂਜੇ ਦੀ ਸਪੋਰਟ ਕਰਦੀ ਹੈ। ਜੇ ਕਿਸੇ ਨੂੰ ਪ੍ਰੋਬਲਮ ਹੋ ਜਾਂਦੀ ਹੈ, ਕੋਈ ਵੀ ਪ੍ਰੋਬਲਮ, ਸ਼ੌਕ ਹੋ ਗਿਆ, ਇੱਕੋ ਦਮ ਘਰ 'ਚ ਕਿਸੇ ਦਾ ਐਕਸੀਡੈਂਟ, ਉਹਨਾਂ ਨੇ ਆ ਕੇ, 4 ਜਣਿਆਂ ਨੇ ਆ ਕੇ ਉਹਨਾਂ ਦੀ ਸਪੋਰਟ 'ਚ ਖੜ ਜਾਣਾ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਖਾਣਾ ਕੌਣ ਬਣਾ ਰਿਹਾ ਤੇ ਕੌਣ ਨਹੀਂ ਬਣਾ ਰਿਹਾ, ਹੈ ਨਾ। ਕਾਫੀ ਫਰਕ, ਮਤਲਬ ਹਲਕਾ ਮਹਿਸੂਸ ਕਰਦਾ, ਜ਼ਿਆਦਾ ਫਰਕ ਪੈਂਦਾ ਹੈਗਾ, ਕਿਉਂਕਿ ਜੇ ਸ਼ਹਿਰਾਂ 'ਚ ਇੱਕ ਘਰ 'ਚ ਕਮਰੇ 'ਚ ਬੰਦ ਹੋ ਜਾਂਦੇ, ਗੁਆਂਢੀ ਕੌਣ ਹੈਗਾ ਇਹ ਵੀ ਨਹੀਂ ਪਤਾ ਸਾਨੂੰ ਕਿ ਗੁਆਂਢੀ ਕੌਣ ਹੈ। ਜੇ ਕਿਸੇ ਦੇ ਘਰ 'ਚ ਕੋਈ ਹੈਪਨਿੰਗ ਹੋ ਗਈ, ਉਹਨੇ ਆ ਕੇ ਤੁਹਾਨੂੰ ਕਾਉਂਸਲਿੰਗ ਨਹੀਂ ਕਰਨੀ, ਹੈਲਪ ਨਹੀਂ ਕਰਨੀ, ਤੁਹਾਡਾ ਨਾਲ ਹੱਥ ਨਹੀਂ ਵਟਾਉਣਾ, ਤੇ ਉਹ ਡਿਪਰੈਸ਼ਨ ਲੋਨ ਨਹੀਂ ਲੈਣਾ, ਇਨ ਹਾਊਸ ਦੇ ਨਾਲ ਉਹ ਵੱਧਦਾ ਚਲਾ ਜਾਂਦਾ ਹੈਗਾ। ਇਹੀ ਕਾਰਨ ਹੈ ਕਿ ਪਿੰਡਾਂ 'ਚ ਡਿਪਰੈਸ਼ਨ ਘੱਟ ਹੈ। ਇਸੇ ਕਰਕੇ ਇਹਨੂੰ ਇੱਕ ਅਸੀਂ ਇੱਕ ਵਾਕ ਬਣਾ ਲਿਆ, ਟੈਗਲਾਈਨ ਲੈ ਲਈ ਵੀ ਸ਼ਹਿਰਾਂ ਦਾ ਇਹ ਸ਼ਹਿਰਾਂ ਦੀ ਬਿਮਾਰੀ। ਬਿਲਕੁਲ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇੱਥੇ ਕੈਂਪ ਲਗਾਇਆ, ਸੋ ਕੀ ਪ੍ਰਭ ਆਸਰਾ ਲੋਕਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹੋਰ ਥਾਵਾਂ ਦੇ ਉੱਤੇ, ਮਤਲਬ ਆਪਣੇ ਕੈਂਪਸ ਤੋਂ ਇਲਾਵਾ ਵੀ ਕਿਤੇ ਇਦਾਂ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ? ਸ਼ਾਇਦ ਹਜੇ ਅਸੀਂ ਸਾਡੀ ਕਮਜ਼ੋਰੀ ਹੈਗੀ ਹੈ, ਬਟ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਫੀਲ ਕਰ ਰਹੇ ਹਾਂ। ਤੇ ਅਸੀਂ DC ਸਾਹਿਬ ਨਾਲ ਵੀ ਡਿਸਕਸ ਕਰ ਰਹੇ ਸੀ, ਉਹ ਵੀ ਕਹਿ ਰਹੇ ਸੀਗੇ ਕਿ ਆਪਾਂ ਨੂੰ ਨਾ ਮਾਰਚ ਕੱਢਣੇ ਚਾਹੀਦੇ ਹੈਗੇ ਆ, ਅਲੱਗ-ਅਲੱਗ ਜਗ੍ਹਾ ਜਾ ਕੇ ਅਵੇਅਰਨੈਸ ਕਰਨੀ ਬਣਦੀ ਹੈਗੀ ਆ ਸਾਡੀ। ਤੇ ਕਾਲਜਿਸ ਤਾਂ ਅਸੀਂ ਕਰ ਰਹੇ ਹੈਗੇ ਆ, ਜਿਹੜੇ ਕਾਲਜਿਸ ਸਾਡੇ ਕੋਲ ਅਪਰੋਚ ਕਰਦੇ ਆ, ਉਹ ਤਾਂ ਸਾਡਾ ਮੇਨ ਹੈ ਹੀ ਹੈ ਕਿ ਉਹਨਾਂ ਨੂੰ ਤਾਂ ਕਰਨਾ ਹੀ ਕਰਨਾ। ਇਸ ਤੋਂ ਇਲਾਵਾ ਪਿੰਡਾਂ ਵਿੱਚ ਵੀ ਜਾਣ ਲਈ ਅਸੀਂ ਪ੍ਰੋਗਰਾਮ ਜ਼ਰੂਰ ਬਣਾਵਾਂਗੇ। ਇੱਕ ਗੱਲ ਇਹ ਹੈ ਕਿ ਕਈ ਵਾਰ ਲੋਕ ਇਹ ਚੀਜ਼ ਸੋਚਦੇ ਨੇ ਕਿ ਪ੍ਰਭ ਆਸਰਾ ਇੱਕ ਸਮਾਜ ਸੇਵੀ ਸੰਸਥਾ ਹੈ, ਪਰ ਜਦੋਂ ਤੁਸੀਂ ਫਿਜ਼ੀਕਲ ਹੈਲਥ ਦੀ ਗੱਲ ਕਰਦੇ ਹੋ ਤਾਂ ਉਹ ਲੱਗਦਾ ਹੈ ਕਿ ਇੱਕ ਇਹ ਮੈਡੀਕਲ ਟਰਮ ਹੈਗੀ ਹੈ। ਸੋ ਪ੍ਰਭ ਆਸਰਾ ਇਸ ਦੇ ਲਈ ਕਿਉਂ ਇੰਨਾ ਇਨੀਸ਼ੀਏਟਿਵ ਲੈ ਰਿਹਾ ਹੈ? ਸੋ ਇਸ ਦਾ ਕੀ ਜਵਾਬ ਦਿਓਗੇ ਲੋਕਾਂ ਨੂੰ? ਅਸਲ 'ਚ ਫਿਜ਼ੀਕਲ ਹੈਲਥ ਨਾਲ ਵੀ ਸਾਡੀ ਮਾਨਸਿਕ ਹੈਲਥ ਰਿਲੇਟ ਕਰਦੀ ਹੈ। ਹੁਣ ਸਾਡੇ ਕੋਲ ਬਹੁਤ ਐਗਜ਼ਾਮਪਲਸ ਹੈਗੀਆਂ। ਅਸੀਂ ਗੱਲ ਕਰ ਰਹੇ ਸੀ ਕਿ ਸਮਾਜ ਸੇਵੀ ਸੰਸਥਾ ਹੈ ਤੇ ਇਹ ਇੱਕ ਮੈਡੀਕਲ ਚੀਜ਼ ਹੈ, ਤਾਂ ਉਧਰ ਕਿਉਂ? ਉਸ ਦਾ ਕੀ ਜਵਾਬ ਦੋਗੇ? ਨਹੀਂ, ਮੈਡੀਕਲੀ ਹੁਣ ਕੀ ਹੈ, ਜੇ ਕੋਈ ਬਿਮਾਰ ਹੋ ਰਿਹਾ ਤਾਂ ਉਹਨੂੰ ਜੇ ਟ੍ਰੀਟਮੈਂਟ ਟਾਈਮਿੰਗਲੀ ਮਿਲ ਜਾਏਗਾ ਤੇ ਉਹਨਾਂ 'ਚ ਇੰਪਰੂਵਮੈਂਟ ਜਲਦੀ ਹੋ ਜਾਂਦੀ। ਜਿਵੇਂ ਆਪ ਦੇਖਦੇ ਹੋ ਸਾਡੇ ਕੋਲ ਡੈਸਟੀਟਿਊਟ ਅਲੱਗ-ਅਲੱਗ ਹਾਲਤ 'ਚ ਪਹੁੰਚਦੇ ਆ, ਟਾਈਮਿੰਗਲੀ ਉਹਨਾਂ ਨੂੰ ਟ੍ਰੀਟਮੈਂਟ ਮਿਲਦਾ, ਕਾਉਂਸਲਿੰਗ ਹੁੰਦੀ ਆ, ਉਹਨਾਂ ਨਾਲ ਮੇਲ ਮਿਲਾਪ, ਪਿਆਰ, ਸਦਭਾਵਨਾ ਦੇ ਨਾਲ ਉਹ ਬਹੁਤ ਛੇਤੀ ਇੰਪਰੂਵ ਹੋ ਜਾਂਦੇ ਆ ਤੇ ਨਾਲ ਹੀ ਫਿਰ ਉਹ ਰੀਜੂਨਾਈਟ ਵੀ ਹੋ ਜਾਂਦੇ ਆਪਣੀਆਂ ਫੈਮਲੀਜ਼ ਦੇ ਨਾਲ। ਇਸ ਕਰਕੇ ਸਮਾਜ ਵੀ ਸੁਧਰਦਾ ਹੈ, ਮਤਲਬ ਬਹੁਤ ਫਰਕ ਪੈਂਦਾ ਹੈ ਤੇ ਇਹ ਸਾਡਾ ਪਹਿਲਾ ਮੁੱਢਲਾ ਫਰਜ਼ ਹੈ। ਜਿਵੇਂ ਹੁਣ ਆਪਾਂ ਦੇਖ ਹੀ ਲਈਏ ਕਿ 2000 ਤੋਂ ਉੱਪਰ ਸਾਡੇ ਕੋਲ ਦਾਖਲ ਹੋਏ ਆ ਤੇ 1300-1400 ਦੇ ਗੇਟ 'ਚ ਇੰਪਰੂਵ ਹੋ ਚੁੱਕੇ ਆ। ਮਤਲਬ ਕਾਫੀ ਪਰਸੈਂਟੇਜ ਹੈ ਕਿ ਜਿਹਦੇ ਵਿੱਚ ਇੰਪਰੂਵਮੈਂਟ ਹੋ ਸਕਦੀ ਹੈ। ਤੇ ਇਹੀ ਐਗਜ਼ਾਮਪਲਸ ਦੇ ਨਾਲ ਅਸੀਂ ਚਾਹੁੰਦੇ ਹਾਂ ਸਮਾਜ ਵਿੱਚ ਜਾਣਾ ਕਿ ਵੀ ਥੋੜੀ ਜੀ ਹੈਲਪ, ਸਪੋਰਟ ਤੇ ਮੈਡੀਕਲ ਟ੍ਰੀਟਮੈਂਟ ਦੇ ਨਾਲ ਆਪਾਂ ਇਹਨਾਂ ਨੂੰ ਰੀਹੈਬਿਲਿਟੇਟ ਕਰ ਸਕਦੇ ਹੈਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਔਰ ਆਈ ਥਿੰਕ ਈਵੈਂਟ ਦੇ ਵਿੱਚ ਬੜਾ ਕੁਝ ਹੈ ਜੇ ਖਾਸ ਹੋਣ ਵਾਲਾ ਹੈ, ਸੋ ਉਹ ਵੀ ਦੇਖਦੇ ਹਾਂ ਔਰ ਲੋਕਾਂ ਤੱਕ ਉਹ ਵੀ ਗੱਲ ਪਹੁੰਚਾਉਂਦੇ ਹਾਂ। ਧੰਨਵਾਦ ਜੀ, ਥੈਂਕ ਯੂ ਜੀ। ਲਿਫਾਫੇ 'ਚ ਗਰਮ ਗਰਮ ਲੈ ਕੇ ਨਿਕਲ ਗਿਆ। 15 ਮਿੰਟ ਨਹੀਂ ਗੁਜ਼ਰੇ, ਮਹਾਰਾਜ ਵਾਪਸ ਆ ਗਿਆ। Oh, you dirty man, what the hell you are doing? What the hell, the dirt you are selling? ਮੈਂ ਕਿਹਾ what has happened? ਕੀ ਹੋਇਆ? ਕੀ? Oh, you see,
ਉਹਦੇ ਚੋਂ ਕਿੱਡਾ ਲੰਬਾ ਚੌੜਾ ਵਾਲ ਨਿਕਲ ਆਇਆ। ਉੱਥੇ ਤੇ ਮਹਾਰਾਜ ਆਫੈਂਸ ਹੈ। ਉਹਨਾਂ ਮੈਨੂੰ ਚੱਕ ਕੇ ਅੰਦਰ ਕਰਾ ਦੇਣੇ ਸੀ। ਭਾਜੀ ਸੁੱਚਾ ਸਿੰਘ ਅੰਦਰ ਦੇਖਣ ਦੇ ਸੀ ਸ਼ੋਰੂਮ 'ਚ, ਕਹਿੰਦੇ ਮਾਰੇ ਗਏ, ਕੰਟਰੋਲ ਕਰ, ਹੁਣ ਕਿਸੇ ਤਰ੍ਹਾਂ ਗੱਲਾਂ ਦੇ ਵਿੱਚ ਇਹਨੂੰ ਫੜ ਲੈ। ਮੈਂ ਕਿਹਾ ਐਕਚੁਅਲੀ ਮਿਸਟਰ ਗੌਰਾ, ਵਾਟਸ ਯੂਰ ਨੇਮ? ਆਮ ਪੀਟਰ। ਮੈਂ ਕਿਹਾ ਮਿਸਟਰ ਪੀਟਰ, this is the trademark of my jalebi. Trademark? Wonderful. Okay. No worries. ਉਹ ਲੈ ਕੇ ਸਗੋਂ ਟ੍ਰੇਡਮਾਰਕ ਲਿਫਾਫੇ 'ਚ ਦੁਬਾਰਾ ਪਾ ਕੇ ਤੁਰ ਪਿਆ। ਮੈਂ ਕਿਹਾ ਹੁਣ ਇਹਨੂੰ ਜਾ ਕੇ ਚੁੱਪੋ ਤੇ ਮਜ਼ੇ ਲਓ। ਉਹ 15-20 ਦਿਨਾਂ ਬਾਅਦ ਫੇਰ ਆਇਆ। ਹੁਣ ਮੈਂ ਬੜਾ ਅਲਰਟ ਸੀ, ਕੌਨਸ਼ੀਅਸ ਹੋ ਗਿਆ ਸੀ। ਮੈਂ ਨਾ ਕੀ ਕੀਤਾ, ਕੱਲੀ ਜਲੇਬੀ ਨੂੰ ਪਹਿਲਾਂ ਹੀ ਨਾ ਚੁਣ ਕੇ ਵੀ ਇਹ ਤੇ ਕਿਤੇ ਕੋਈ ਵਾਲ ਜਾਂ ਕੋਈ ਤੀਲਾ ਤੂਲਾ ਲੱਗਾ ਨਾ ਹੋਵੇ। ਉਹ ਜਿੱਦਾਂ ਹੀ ਆਇਆ ਤੇ ਮੈਂ ਚੱਕ ਕੇ ਟੁਡੇ ਆਈ ਵਾਂਟ ਓਨਲੀ 250 grams। ਮੈਂ ਕਿਹਾ ਲਿਆਓ $25 ਦੇ ਦਿਓ। ਲੈ ਕੇ ਤੇ ਮੈਂ ਜਲੇਬੀਆਂ ਪਾ ਕੇ ਤੋੜਤਾ। ਮੈਂ ਬੜਾ ਖੁਸ਼, ਬੜਾ ਟੈਨਸ਼ਨ ਫਰੀ। ਮੈਂ ਕਿਹਾ ਹੁਣ ਨਹੀਂ ਸ਼ਿਕਾਇਤ ਆ ਸਕਦੀ। ਹਲੇ ਸੋਚਿਆ ਸੀ ਉਹਦਾ ਫੇਰ ਗੱਡੀ ਲੈ ਕੇ ਆ ਗਿਆ। Are you thief? You fraud? ਮੈਂ ਕਿਹਾ what is happened, Mr. Peter? See, there is no trademark in this pack. ਉਹ ਸਾਲਾ ਹਲੇ ਵੀ ਵਾਲ ਲੱਭਦਾ ਸੀਗਾ। ਉਹ ਮੈਂ ਕਿਹਾ ਮਿਸਟਰ ਪੀਟਰ। ਮਾਨਸਿਕ ਸਿਹਤ ਜਾਗਰੂਕਤਾ ਕੈਂਪ 2023 ਪ੍ਰਭ ਆਸਰਾ ਵੱਲੋਂ ਉਲੀਕਿਆ ਗਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਤੁਹਾਡੀ ਗੱਲ ਕਰਵਾਵਾਂਗੇ। ਪ੍ਰਭ ਆਸਰਾ ਸੰਸਥਾ ਦੇ ਸੰਸਥਾਪਕ ਸਰਦਾਰ ਸ਼ਮਸ਼ੇਰ ਸਿੰਘ ਜੀ, ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਅਸੀਂ ਇਹ ਦੇਖ ਰਹੇ ਕਿ ਇਦਾਂ ਦੇ ਉਪਰਾਲੇ ਜਿਹੜਾ ਹੈ ਪ੍ਰਭ ਆਸਰਾ ਕਰਦਾ ਰਹਿੰਦਾ ਹੈ ਕਿ ਲੋਕੀ ਅਵੇਅਰ ਹੋਣ ਕਿ ਮਾਨਸਿਕ ਸਿਹਤ ਕਿੰਨੀ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਇਸ ਸਪੈਸ਼ਲ ਜੋ ਕੈਂਪ ਦੇ ਬਾਰੇ ਅਗਰ ਮੈਂ ਗੱਲ ਕਰਾਂ, ਸੋ ਇਸ ਦੇ ਪਿੱਛੇ ਤੁਹਾਡਾ ਕੀ ਮੋਟਿਵ ਰਿਹਾ ਹੈ ਔਰ ਤੁਸੀਂ ਕਿਸ ਤਰ੍ਹਾਂ ਦਾ ਸੁਨੇਹਾ ਸਮਾਜ ਨੂੰ ਦੇਣਾ ਚਾਹੁੰਦੇ ਹੋ? ਬਿਲਕੁਲ, ਅੱਜ ਜਿਹੜਾ ਜਿਹਨੂੰ ਮਾਨਸਿਕ ਸਿਹਤ ਜਾਗਰੂਕਤਾ ਹੈ ਨਾ, ਹੈ ਤਾਂ ਆਪਣੀ ਸਿਹਤ ਹੈ ਇਹ। ਜਾਗਰੂਕ ਕਹਿਣ ਦੀ ਲੋੜ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਫਿਜ਼ੀਕਲ ਹੈਲਥ ਲਈ ਅਸੀਂ ਫਿਰ ਵੀ ਕਾਫੀ ਜ਼ਿਆਦਾ ਜਾਗਰੂਕ ਹੈਗੇ ਹਾਂ। ਕੋਈ ਵੀ ਪ੍ਰੋਬਲਮ ਆਉਂਦੀ ਹੈ ਅਸੀਂ ਦੱਸ ਦਿੰਦੇ ਹਾਂ ਕਿ ਨਹੀਂ ਪੇਟ ਦਰਦ ਹੈਗਾ, ਭੁੱਖ ਨਹੀਂ ਲੱਗਦੀ, ਕੁਝ ਵੀ ਦੱਸ ਦਿੰਦੇ ਹਾਂ। ਪਰ ਜਿਸ ਵੇਲੇ ਸਾਨੂੰ ਕੋਈ ਹੁੰਦਾ ਨਾ ਵੀ ਬੇਚੈਨੀ ਜੀ ਪਰੇਸ਼ਾਨੀ ਹੁੰਦੀ ਹੈ, ਜਾਂ ਉੱਦਾਂ ਹੀ ਕਹਦੇ ਨੀਂਦ ਬਹੁਤ ਘੱਟ ਆਉਂਦੀ ਹੈ, ਬਿਹੇਵੀਅਰ ਬਹੁਤ ਸਾਡਾ ਸੁਭਾਅ ਜਿਹੜਾ ਹੈਗਾ ਨਾ, ਭਾਵੇਂ ਉਹ ਵਾਤਾਵਰਨ ਦੀ ਦੇਣ ਹੈਗੀ ਹੈ। ਜਿਹੋ ਜਿਹੇ ਵਾਤਾਵਰਨ 'ਚ ਬੰਦਾ ਹਰ ਸਮੇਂ ਕਿਸੇ ਨਾ ਕਿਸੇ ਵਾਤਾਵਰਨ 'ਚ ਰਹਿੰਦਾ। ਜੇ ਚੰਗਾ ਵਾਤਾਵਰਨ ਹੋਊਗਾ ਤਾਂ ਚੰਗੀ ਮਾਨਸਿਕ ਸਿਹਤ ਬਣ ਜਾਣੀ। ਜੇ ਮਾੜਾ ਵਾਤਾਵਰਨ ਹੋਊਗਾ ਤਾਂ ਮਾੜੀ ਸਿਹਤ। ਕਹਿੰਦਾ ਮਾੜੀ ਸਿਹਤ ਦੀ ਕੀ ਨਿਸ਼ਾਨੀ ਹੁੰਦੀ ਹੈ? ਮਾੜੀ ਸਿਹਤ ਕਹਿੰਦੇ ਜਿਹੜੀ ਮਾੜੀ ਜੀ ਗੱਲ ਤੇ ਡਿਸਟਰਬ ਹੋ ਜਾਵੇ ਉਹ ਲਾਈਕ ਮਾੜੀ ਸਿਹਤ ਹੁੰਦੀ ਹੈ ਨਾ। ਜੇ ਗੱਡੀ ਮਾੜੀ ਗੱਲ ਤੇ ਗਰਮ ਹੋਈ ਜਾਵੇ ਉਹ ਕਮਜ਼ੋਰ ਹੋ ਜਾਂਦੀ ਹੈ। ਇਸ ਕਰਕੇ ਜੇ ਬੰਦੇ ਦਾ ਵਿਅਕਤੀਗਤ ਜੀਵਨ ਪ੍ਰਤੀ ਜਾਂ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਘੱਟ ਜਾਵੇ, ਕੰਮ ਨੂੰ ਜੀਏ ਨਾ ਕਰੇ, ਤੇ ਮਤਲਬ ਇਹ ਸਾਰੀਆਂ ਚੀਜ਼ਾਂ ਜਦੋਂ ਸਾਡੇ ਅੰਦਰ ਸਾਨੂੰ ਫੀਲ ਹੁੰਦੀਆਂ ਹੋਣ, ਤੇ ਮੈਨੂੰ ਲੱਗਦਾ ਵੀ ਫਿਰ ਅਸੀਂ ਆਪਣੀ ਸਿਹਤ ਪ੍ਰਤੀ ਇਮਾਨਦਾਰੀ, ਵਫਾਦਾਰੀ ਨਾਲ ਕਮ ਸੇ ਕਮ ਕਿਸੇ ਦੀ ਸਲਾਹ ਤੇ ਲਈਏ। ਜਿਹੜੇ ਸਪੈਸ਼ਲਿਸਟ ਪ੍ਰੋਫੈਸ਼ਨਲ ਹੈਗੇ ਇਹਨਾਂ ਦੇ, ਸਾਡਾ ਮਕਸਦ ਇਹੀ ਹੈ ਵੀ ਆਪਾਂ ਪਹਿਲੀ ਸਟੇਜ ਦੇ ਉੱਤੇ ਬਹੁਤ ਜਲਦੀ ਇਹਦਾ ਕੰਟਰੋਲ ਹੋ ਜਾਂਦਾ ਹੈਗਾ, ਤੇ ਸਾਨੂੰ ਸਾਈਕੈਟਰਿਸਟ ਦੀ, ਸਾਨੂੰ ਸਾਈਕੋਲੋਜਿਸਟ ਦੀ ਹੈਲਪ ਲੈ ਲੈਣੀ ਚਾਹੀਦੀ ਹੈਗੀ ਹੈ। ਕਿਉਂਕਿ ਜਦੋਂ ਅਸੀਂ ਇੱਕੋ ਜੀ ਚੇਨ ਸਾਡੀ ਬਣੀ ਰਹਿੰਦੀ ਹੈ ਗਿਲੇ ਸ਼ਿਕਵਿਆਂ ਵਾਲੀ, ਹੈ ਨਾ, ਤੇ ਉਹ ਗਿਲੇ ਸ਼ਿਕਵਿਆਂ ਦੇ ਵਿੱਚ ਨਾ ਸਾਡੀ ਮਤਲਬ ਤੁਹਾਨੂੰ ਪਤਾ ਹੀ ਹੈ ਬ੍ਰੇਨ 'ਚੋਂ ਕਿਹੋ ਜਿਹੇ ਜਿਹੜੀਆਂ ਕੈਮੀਕਲ ਰਿਲੀਜ਼ ਹੁੰਦੇ ਹੈ, ਤੇ ਉਹ ਬਹੁਤ ਵੱਡਾ ਸਾਡਾ ਜਿਹੜੀ ਹੈਲਥ ਨੂੰ ਇਫੈਕਟ ਕਰਦੇ ਹੈ। ਤੇ ਜਦੋਂ ਬੰਦਾ ਆਪਣੇ ਵਧੀਆ ਮੂਡ 'ਚ ਹੁੰਦਾ ਹੈਗਾ, ਆਪਣੇ ਬੀਇੰਗ ਇਨਸਾਨੀਅਤ ਦੇ ਆਧਾਰ 'ਤੇ ਐਕਸ਼ਨ ਕਰਦਾ ਹੈ, ਤਾਂ ਉਸ ਵੇਲੇ ਜਿਹੜੇ ਹਾਰਮੋਨ ਰਿਲੀਜ਼ ਹੋਣੇ ਹੁੰਦੇ ਹੈ, ਤੇ ਉਹ ਫਿਰ ਸਟਰੈਸ ਦੇ ਵਿੱਚ ਉਹ ਨਹੀਂ ਹੁੰਦੇ। ਜਿਹੜੇ ਹੋਣੇ ਹੁੰਦੇ ਆ ਉਹ ਹੋ ਜਾਂਦੇ ਆ, ਜਿਹੜੇ ਕਿ ਸਿਹਤ ਨੂੰ ਖਰਾਬ ਕਰਦੇ ਆ। ਇਸ ਕਰਕੇ ਜਿਹਦੇ ਸਾਥ 'ਤੇ ਬੈਲੈਂਸ ਨਹੀਂ ਬਣ ਰਿਹਾ, ਤੇ ਬੈਲੈਂਸ ਵਿਗੜਿਆ ਹੋਇਆ ਸਾਨੂੰ ਦਿਖਿਆ ਬਹੁਤ ਜ਼ਿਆਦਾ। ਫਿਰ ਅਸੀਂ ਸਰਵੇ ਦੀਆਂ ਰਿਪੋਰਟਾਂ ਪੜ੍ਹੀਆਂ ਵੀ ਬੈਲੈਂਸ ਇੰਨਾ ਵਿਗੜ ਗਿਆ, ਇੰਨਾ ਸੁਸਾਈਡ ਰੇਟ ਵੱਧ ਗਿਆ, ਇੰਨੇ ਲੋਕ ਸੜਕਾਂ 'ਤੇ ਰੋਣ ਲੱਗ ਗਏ, ਇੰਨੇ ਘਰਾਂ ਦੇ ਵਿੱਚ ਤੜਫਣ ਲੱਗ ਗਏ, ਤੇ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਅਸੀਂ ਮਹਿਸੂਸ ਕੀਤਾ ਵੀ ਸੈਟਅਪ ਕਿੱਦਾਂ ਦਾ। ਪਰ ਉਹਦੇ ਵਿੱਚ ਵੱਡੇ ਪੱਧਰ 'ਤੇ ਕਹਿ ਲਓ ਵੀ ਉਹਦੀ ਕਪੈਸਿਟੀ ਵਧਾਉਣ ਦੀ ਲੋੜ ਹੈ। ਭਾਵੇਂ ਵਨ ਸਟਾਪ ਸੈਂਟਰ ਹੈਗੇ ਹੈ, ਤੇ ਭਾਵੇਂ ਸਾਡੇ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਹੈਗੀਆਂ, ਤੇ ਇਹਦੇ ਪ੍ਰਤੀ ਸੰਬੰਧਿਤ ਅਧਿਕਾਰੀ ਜਿਨ੍ਹਾਂ ਨੇ ਉਹਨਾਂ ਨੂੰ ਤੁਰੰਤ ਸੰਭਾਲਣਾ ਹੈ। ਬਜ਼ੁਰਗ ਮਾਤਾ ਜਿਵੇਂ ਘਰ ਦੇ ਵਿੱਚ ਇਹ ਪ੍ਰੋਬਲਮ ਬੱਚੇ ਦੀ ਆ ਰਹੀ ਹੈ, ਉਹਨੂੰ ਹਸਪੀਟਲ ਸ਼ਿਫਟ ਕਰਨਾ ਉਹ ਚਾਹੁੰਦੀ ਵੀ ਹੈਗੀ ਹੈ। ਪਹਿਲੀ ਗੱਲ ਤਾਂ ਇਸ ਨੂੰ ਡਿਸਕਲੋਜ਼ ਕਰਨਾ ਕਿ ਨਹੀਂ ਮੇਰੇ ਬੱਚੇ ਦੀ ਪ੍ਰੋਬਲਮ ਹੈਗੀ ਹੈ, ਇਹਨੂੰ ਮੰਨਣਾ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜੇ ਬੱਚੇ ਦੀ ਕੋਈ ਸਰੀਰਕ ਪ੍ਰੋਬਲਮ ਹੁੰਦੀ ਹੈ ਨਾ, ਆਪਾਂ ਦੱਸਦੇ ਹਾਂ ਵੀ ਬੱਚੇ ਨੂੰ ਇਹ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਹੈ ਨਾ, ਖਾਂਸੀ ਜ਼ੁਕਾਮ ਬੁਖਾਰ ਕੁਝ ਵੀ ਹੈ, ਤੇ ਉਦੋਂ ਆਪਾਂ ਡਾਕਟਰ ਦੀ ਸਲਾਹ ਲੈਂਦੇ ਹਾਂ। ਤਾਂ ਮਾਨਸਿਕ ਸਿਹਤ ਕਿੰਨੀ ਇੰਪੋਰਟੈਂਟ ਹੈ, ਜਿਹਦੇ ਉੱਤੇ ਸਾਰਾ ਹੀ ਸਰੀਰ ਖੜਾ ਹੈ। ਇੱਕ ਐਸਾ ਸੌਫਟਵੇਅਰ, ਲੋਕੀ ਡਰ ਜਾਂਦੇ, ਕਈ ਵਾਰੀ ਸੋਚਦੇ ਕਿ ਸਾਨੂੰ ਲੋਕੀ ਪਾਗਲ ਕਹਿਣਗੇ, ਵੀ ਪਤਾ ਨਹੀਂ ਇਹ ਪਾਗਲ ਹੋ ਗਏ। ਇੱਕ ਡਰ ਬਣਿਆ ਹੋਇਆ ਹੈ, ਇੱਕ ਗਲਤ ਮਿੱਥ ਬਣਿਆ ਹੋਇਆ, ਸ਼ਾਇਦ ਇਸ ਕਰਕੇ ਲੋਕੀ ਇਸ ਪਾਸੇ ਨੂੰ ਜਾਂਦੇ ਹੀ ਨਹੀਂ ਹੈ ਕਿ ਉਹ ਕਹਿਣ ਕਿ ਹਾਂ ਸਾਨੂੰ ਕੋਈ ਮਾਨਸਿਕ ਪੀੜਾ ਹੈ। ਪਹਿਲੀ ਗੱਲ ਤਾਂ ਲੋਕਾਂ ਦੀ ਭੇਡ ਜ਼ਿੰਦਗੀ ਚੜਾ ਦਈਏ
ਇਹਨੂੰ ਵਿਚਾਰੀਏ ਆਪਾਂ ਨੇ ਵੀ ਆਪਾਂ ਨੇ ਉਹਨਾਂ ਦੀ ਪਰਵਾਹ ਕਰਨੀ ਜਿਹੜੀ ਸਾਡੀ ਪਰਵਾਹ ਨਹੀਂ ਕਰਦੇ, ਉਹਨਾਂ ਦੀ ਪਰਵਾਹ ਵਾਸਤੇ ਜੀਣਾ। ਅਸੀਂ ਕਿਸੇ ਦੀ ਪਰਵਾਹ ਕਰਕੇ ਜੀਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਦੂਜਿਆਂ ਦੀ ਪਰਵਾਹ ਕਰਨੀ ਇਸ ਐਂਗਲ ਤੋਂ ਕਰਨੀ ਹੈ ਕਿ ਦੂਜੇ ਜੇਕਰ ਉਸ ਵੇਲੇ ਉਹਨਾਂ ਨੂੰ ਹੈਲਪ ਚਾਹੀਦੀ ਹੈ, ਉਹਨਾਂ ਨੂੰ ਲੋੜ ਹੈ ਉਸ ਵੇਲੇ, ਉਹ ਲੋੜ ਦੀ ਘੜੀ ਜਿਵੇਂ ਭਾਈ ਘਨਈਆ ਜੀ ਨੇ ਦੁਸ਼ਮਣਾਂ ਨੂੰ ਵੀ ਲੋੜ ਦੀ ਘੜੀ ਦੇ ਵਿੱਚ ਮੱਲਮ ਪੱਟੀ ਸਾਰਾ ਕੁਝ ਗੁਰੂ ਸਾਹਿਬ ਨੇ ਕੀਤਾ ਹੈ ਨਾ। ਲੋੜ ਦੀ ਘੜੀ ਦੇ ਵਿੱਚ ਆਪਾਂ ਇੱਕ ਦੂਜੇ ਦੇ ਕੰਮ ਆਈਏ, ਇਹਦੇ ਨਾਲ ਵੀ ਸਾਡਾ ਸਟ੍ਰੈਸ ਘਟ ਜਾਊਗਾ, ਇਹਦੇ ਨਾਲ ਵੀ ਕੁਦਰਤ ਦੀਆਂ ਬਖਸ਼ਿਸ਼ਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਕਿਉਂਕਿ ਬਿਹੇਵੀਅਰ ਹੈ ਨਾ ਉਹਦਾ ਕਿਸੇ ਦੀ ਹੈਲਪ ਕਰਨੀ। ਤੇ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ, ਜੇ ਕੋਈ ਵੀ ਪ੍ਰੋਬਲਮ ਵਿਅਕਤੀਗਤ ਜੀਵਨ 'ਚ ਅਸੀਂ ਫੀਲ ਕਰ ਰਹੇ ਹਾਂ ਜਾਂ ਪਰਿਵਾਰ ਦਾ ਮੈਂਬਰ ਫੀਲ ਕਰਦਾ ਹੈ, ਤਾਂ ਕਦੀ ਵੀ ਜਿਹੜੇ ਮੈਂਟਲ ਹੈਲਥ ਪ੍ਰੋਫੈਸ਼ਨਲ ਹੈ, ਡਾਕਟਰ ਹੈ, ਉਹਨਾਂ ਕੋਲ ਜਾਣ ਤੋਂ ਜੇ ਅਸੀਂ ਹੈਜ਼ੀਟੇਟ ਕਰਾਂਗੇ ਤਾਂ ਫਿਰ ਸਮਝ ਲਓ ਅਸੀਂ ਆਪਣੀ ਲਾਈਫ ਨੂੰ ਰਿਸਕ 'ਚ ਪਾ ਰਹੇ ਹਾਂ। ਉਹ ਇੰਨਾ ਲਾਸ ਹੋ ਜਾਏਗਾ ਨਾ ਜੇ ਆਪਾਂ ਇਗਨੋਰ ਕਰੀਏ, ਤਾਂ ਬਾਅਦ ਦੇ ਵਿੱਚ ਨਾ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਉਹ ਰਿਕਵਰੀ ਜਿਹੜੀ ਹੈ ਨਾ ਇੰਨੀ ਸੌਖੀ ਨਹੀਂ ਹੁੰਦੀ। ਜਿਵੇਂ ਨਾ ਜਿਸ ਵੇਲੇ ਲੋੜ ਹੈ ਪੌਦੇ ਨੂੰ ਪਾਣੀ ਦੀ, ਉਸ ਵੇਲੇ ਤਾਂ ਉਹਨੂੰ ਪਾਣੀ ਮਿਲਿਆ ਨਹੀਂ ਉਹਨਾਂ, ਤੇ ਜਿਸ ਵੇਲੇ ਹੁਣ ਉਹ ਪੌਦਾ ਉਸ ਪਾਣੀ ਤੋਂ ਬਿਨਾ ਸਮਾਂ ਪਾ ਕੇ ਸੁੱਕ ਗਿਆ, ਹੁਣ ਉਹਨੂੰ ਚੱਕ ਕੇ ਪਾਣੀ 'ਚ ਖੜਾ ਕਰ ਦਈਏ ਅਸੀਂ, ਕੋਈ ਫਾਇਦਾ ਨਹੀਂ, ਤੇ ਉਸ ਵੇਲੇ ਉਹਨੂੰ ਹਰਾ। ਇਸ ਕਰਕੇ ਬੜੇ ਦੁੱਖ ਦੀ ਗੱਲ ਹੈ ਮੈਨੂੰ, ਸੰਸਾਰ ਦੀ ਪਰਵਾਹ ਨਾ ਕਰੀਏ, ਅਸੀਂ ਆਪਣੀ ਸਿਹਤ ਦੀ ਪਰਵਾਹ ਕਰੀਏ। ਸਿਹਤ ਹੈ ਤਾਂ ਸਮਾਜ ਹੈ, ਸਿਹਤ ਹੈ ਤਾਂ ਸੰਸਾਰ ਹੈ। ਤੇ ਇਸ ਕਰਕੇ ਇਹ ਫੰਕਸ਼ਨ ਜਿਹੜਾ ਹੈਗਾ ਇਹਦਾ ਪਰਪਸ ਇਹੀ ਹੈ ਵੀ ਸਰਕਾਰ ਨੂੰ ਵੀ ਅਸੀਂ ਸਹਿਯੋਗ ਦੇਈਏ। ਸਰਕਾਰੀ ਦੀ ਸਟ੍ਰੈਟਜੀ ਬਣਾ ਰਹੀ ਹੈ, ਬਣਾਵੇ। ਅਸੀਂ ਬਾਰ-ਬਾਰ ਰਿਕੁਐਸਟ ਕਰ ਰਹੇ ਹਾਂ ਵੀ ਇਸ ਤਰ੍ਹਾਂ ਡਿਸਟ੍ਰਿਕਟ ਲੈਵਲ ਤੇ ਨੋਡਲ ਆਫੀਸਰ ਹੋਣ, ਤੁਰੰਤ ਜਿੰਨੀਆਂ ਵੀ ਪ੍ਰੋਬਲਮ ਮੈਂ ਦੱਸੀਆਂ ਵੀ ਭਾਵੇਂ ਰੋਡ ਸਾਈਡ ਤੇ ਔਰਤ ਡਿਪਰੈਸ਼ਨ ਤੋਂ ਪੀੜਤ, ਭਾਵੇਂ ਬੰਦਾ ਕੋਈ ਵੀ, ਜਾਂ ਕਈ ਔਰਤਾਂ ਕੋਲ ਛੋਟੇ-ਛੋਟੇ ਬੱਚੇ ਹੈ, ਕਈ ਪ੍ਰੈਗਨੈਂਟ ਹੈਗੀਆਂ, ਵੀ ਉਹਨਾਂ ਨੂੰ ਤੁਰੰਤ ਘਰ ਦੇ ਵਿੱਚ ਜਿਹੜੇ ਘਰ ਦੇ ਲੱਭਦੇ ਫਿਰਦੇ ਉਹਨਾਂ ਨੂੰ, ਸਾਡੇ ਕੋਲ ਕੱਲ੍ਹ ਵੀ ਆਏ, ਕਹਿੰਦੇ ਜੀ ਆ ਸਾਡੀ ਮਤਲਬ ਜਿਹੜੀ ਬੀਬੀ ਘਰ ਦੇ ਵਿੱਚੋਂ ਨਿਕਲੀ ਹੈ ਤੇ ਉਹ ਲੱਭਦੇ ਫਿਰਦੇ, ਕੁਰਲਾਉਂਦੇ ਫਿਰਦੇ ਵੀ ਕਿੱਦਾਂ ਲੱਭ ਜਵੇ ਸਾਨੂੰ। ਵੀ ਇਹ ਸਾਨੂੰ ਧਿਆਨ ਦੇਣ ਦੀ ਬਹੁਤ ਲੋੜ ਹੈ ਆਪਣੇ ਪਰਿਵਾਰ ਦੇ ਮੈਂਬਰਾਂ ਪ੍ਰਤੀ। ਮਾੜੇ ਜਿਹੇ ਵੀ ਸਿੰਪਟਮ ਸਾਹਮਣੇ ਆਉਂਦੇ ਆ ਜਿਹਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਫਿਰ ਦੂਜਾ ਜਿਹੜਾ ਹੈਗਾ ਬੱਚੇ ਹੈ, ਬੱਚਿਆਂ ਨਾਲ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਉਹ ਬੱਚਿਆਂ ਨਾਲ ਕੀ ਔਰਤਾਂ ਨਾਲ ਕੀ ਜਿਹਦੇ ਨਾਲ ਵੀ ਹੁੰਦੀ ਹੈਗੀ, ਉਹਦੇ ਪ੍ਰਤੀ ਵੀ ਜਿਹੜੇ ਵਨ ਸਟਾਪ ਸੈਂਟਰ ਜਾਂ ਹੋਰ ਕੰਮ ਕਰ ਰਹੇ ਹੈ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਉਹਨਾਂ ਨੂੰ ਧਿਆਨ ਨਾਲ ਵਿਚਾਰਿਆ ਜਾਵੇ। ਜਿਹੜੀਆਂ ਵੀ ਡਿਸਟ੍ਰਿਕਟ ਲੈਵਲ ਤੇ ਸਾਡੀਆਂ ਮਤਲਬ ਮੈਡੀਕਲ ਸੁਸਾਇਟੀਜ਼ ਡਿਸਟ੍ਰਿਕਟ ਲੈਵਲ ਤੇ ਬਣੀਆਂ ਹੋਈਆਂ, ਉਹਨਾਂ ਨੇ ਨਾਗਰਿਕ ਦੀਆਂ ਸਮੱਸਿਆਵਾਂ ਜਿਹੜੀਆਂ ਦੱਸਣੀਆਂ ਹੈਗੀਆਂ ਉਹ ਵੀ ਥੋੜ੍ਹੇ ਜਿਹੇ ਸਾਰੇ ਆਪਣੇ ਆਪ ਨੂੰ ਅਵੇਅਰ ਕਰਨ ਤੇ ਸੈਂਸਿਟਾਈਜ਼ ਹੋਣ ਥੋੜ੍ਹੇ ਜਿਹੇ, ਤੇ ਨਹੀਂ ਸਰਕਾਰ ਫਿਰ ਉਹਨਾਂ ਨੂੰ ਸੈਂਸਿਟਾਈਜ਼ ਕਰੇ ਤੇ ਅਵੇਅਰ ਕਰੇ, ਤੇ ਤਾਂ ਕਿ ਜਿਹੜੀਆਂ ਡਿਸਟ੍ਰਿਕਟ ਲੈਵਲ ਦੇ ਹਸਪੀਟਲ ਦੀਆਂ ਪ੍ਰੋਬਲਮਸ ਨਾਗਰਿਕ ਫੇਸ ਕਰ ਰਿਹਾ ਹੈਗਾ ਵੀ ਉੱਥੇ ਬਿਨਾਂ ਸ਼ਰਤ ਦਾਖਲ ਨਹੀਂ ਹੁੰਦਾ, ਕਿਉਂਕਿ ਉਹ ਕਹਿੰਦੇ ਨਾਲ ਕੇਅਰ ਟੇਕਰ ਚਾਹੀਦਾ। ਹੁਣ ਅਸੀਂ ਇਹੀ ਬੇਨਤੀ ਕਰ ਰਹੇ ਹੈਗੇ ਹਾਂ ਵੀ ਪੁਲਿਸ ਜਿਹੜੀ ਹੈਗੀ ਹੈ ਉਹਨੂੰ ਚੱਕਣ 'ਚ ਜੇ ਕੋਈ ਮੁਸ਼ਕਲ ਆ ਰਹੀ ਹੈ ਉਹਦੀ ਮੁਸ਼ਕਲ ਸਮਝੀ ਜਾਵੇ। ਚੱਕਣ ਦਾ ਪੁਲਿਸ ਨੇ ਹੈਗਾ, ਉਹਦੇ ਨਾਲ ਪ੍ਰੋਫੈਸ਼ਨਲ ਚਾਹੀਦੇ ਹੈ, ਤੇ ਉਸ ਤੋਂ ਬਾਅਦ ਜੇ ਹਸਪੀਟਲ ਨੂੰ ਰਿਸੀਵ ਕਰਨ 'ਚ ਮੁਸ਼ਕਲ ਆ ਰਹੀ ਹੈ ਉਹਦੀ ਮੁਸ਼ਕਲ ਸਮਝੀ ਜਾਵੇ, ਤੇ ਉਸ ਨੂੰ ਮਤਲਬ ਉੱਥੇ ਜੇ ਕੇਅਰ ਦੀ ਲੋੜ ਹੈਗੀ, ਕੇਅਰ ਟੇਕਰ ਦੀ ਲੋੜ ਹੈਗੀ ਹੈ, ਤਾਂ ਉਹਦੇ ਲਈ ਮਤਲਬ ਜਿਹੜੇ ਕਿ ਸੋਸ਼ਲ ਵਰਕਰ ਸਰਕਾਰ ਦੇ ਹੈਗੇ ਹੈ ਜਾਂ ਸੰਸਥਾਵਾਂ ਦੇ ਹੈਗੇ ਹੈ, ਰੈੱਡ ਕਰਾਸ ਹੋ ਗਈ, ਜਿਹੜੇ ਵੀ ਹੈਗੇ ਹੈ, ਜਾਂ ਪੈਰਾਲੀਗਲ ਵਲੰਟੀਅਰ ਲੀਗਲ ਸਰਵਿਸ ਅਥਾਰਟੀ ਦੇ ਹੈਗੇ ਹੈ, ਬਹੁਤ ਕੁਛ ਹੈ ਸਾਡੇ ਕੋਲ ਵੀ ਉਹਦੀ ਨਾਲ ਸਪੋਰਟ ਦੇ ਕੇ ਪੁਲਿਸ ਨੇ, ਹਸਪੀਟਲ ਨੇ, ਸੰਬੰਧਿਤ ਮੈਜਿਸਟ੍ਰੇਟ ਨੇ, ਸੋਸ਼ਲ ਵਰਕਰਾਂ ਨੇ ਰਲ ਕੇ ਆਪਣੇ ਨਾਗਰਿਕ ਨੂੰ ਹਰ ਕੀਮਤ ਤੇ ਬਚਾਉਣਾ ਹੈ। ਮੈਂਟਲ ਹੈਲਥ ਜਿਹੜੀ ਹੈਗੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਇਸ ਤੋਂ ਬਿਨਾਂ ਜਿਵੇਂ ਨਾ ਹਸਪੀਟਲ ਕਿਸੇ ਵੀ ਭਾਵੇਂ SBI ਬੈਂਕ ਦੇ ਵਿੱਚ ਚਲੇ ਜਾਓ, ਮੈਂ ਕੀ ਪ੍ਰੋਬਲਮ ਹੈ ਕਿ ਸਾਰਾ ਬੈਂਕ ਕਿਉਂ ਖੜ ਗਿਆ, ਕਹਿੰਦੇ ਜੀ ਸੌਫਟਵੇਅਰ ਜਿਹੜਾ ਹੈਗਾ ਉਹ ਖੜ ਗਿਆ। ਇਸ ਦਾ ਮਤਲਬ ਜੇਕਰ ਇਹ ਖੜ ਗਿਆ, ਮਾਨਸਿਕ ਸਿਹਤ ਖੜ ਗਈ, ਬ੍ਰੇਨ ਖੜ ਗਈ, ਤੇ ਕਹਿੰਦਾ ਸਰੀਰ ਤਾਂ ਬੜਾ ਵਧੀਆ। ਹੁਣ ਮੈਨੂੰ ਫੋਨ ਕਰਦੇ ਹੁੰਦੇ ਕਹਿੰਦੇ ਚੰਗਾ ਭਲਾ ਜੀ, ਖਾਣਾ ਪੀਣਾ ਠੀਕ ਖਾਂਦਾ ਤੇ ਐਨ ਤੁਰਿਆ ਫਿਰਦਾ, ਕੋਈ ਪ੍ਰੋਬਲਮ ਹੈ ਹੀ ਨਹੀਂ, ਕਹਿੰਦੇ ਚਾਮ ਲਿਆ ਹੋਇਆ। ਮੈਂ ਕਿਹਾ ਨਹੀਂ, ਇੱਥੇ ਪ੍ਰੋਬਲਮ ਆ ਗਈ, ਆਪਾਂ ਨੇ ਇਸ ਪ੍ਰੋਬਲਮ ਨੂੰ ਨਹੀਂ ਸਮਝ ਰਹੇ। ਇਹ ਗੱਲ ਤੁਸੀਂ ਬਹੁਤ ਇੰਪੋਰਟੈਂਟ ਕਹੀ ਹੈ, ਉਹ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਜੇ ਦਿਮਾਗ 'ਚ ਤੁਹਾਡੇ ਅਗਰ ਇਹ ਖੜ ਗਿਆ ਤਾਂ ਸਾਰਾ ਸਰੀਰ ਖੜ ਗਿਆ, ਕਿਉਂਕਿ ਇਹਨੇ ਚਲਾਣਾ। ਅੱਛਾ, ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਜਾਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ, ਬਾਲੀਵੁੱਡ ਐਕਟਰ ਨੇ ਇੱਕ ਨਵਾਜ਼ੁਦੀਨ ਸਦੀਕੀ ਬਹੁਤ ਫੇਮਸ ਨੇ, ਉਹਨਾਂ ਨੇ ਪਿਛਲੇ ਦਿਨ ਕੁਝ ਪਹਿਲਾਂ ਇੱਕ ਪੋਸਟ ਪਾਇਆ ਸੀ, ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜਾ ਡਿਪਰੈਸ਼ਨ ਹੈ ਉਹ ਸ਼ਹਿਰਾਂ ਦੀ ਬਿਮਾਰੀ ਹੈ, ਪਿੰਡਾਂ ਦੇ ਵਿੱਚ ਤੇ ਅਸੀਂ ਕਦੀ ਸੁਣਿਆ ਨਹੀਂ ਸੀ ਵੀ ਡਿਪਰੈਸ਼ਨ ਹੁੰਦਾ ਜਾਂ ਪਿੰਡਾਂ ਵਾਲਿਆਂ ਨੂੰ ਡਿਪਰੈਸ਼ਨ ਨਹੀਂ ਹੁੰਦਾ। ਇਸ ਕਥਨ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ? ਜਿਹੜੀ ਚੀਜ਼ ਸੁਣੀ ਨਹੀਂ ਹੈਗੀ ਤਾਂ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ। ਪਹਿਲੀ ਗੱਲ ਤਾਂ ਮੈਂ ਇਹ ਬੜਾ ਕਲੀਅਰ ਕਰਨਾ ਚਾਹੁੰਦਾ, ਜੇਕਰ ਅਸੀਂ ਦੁੱਧ ਦੇ ਵਿੱਚ ਕੋਈ ਲਾਈਕ ਬੈਕਟੀਰੀਆ ਨੂੰ ਭੱਜੇ ਫਿਰਦੇ ਪਾਣੀ 'ਚ ਨਹੀਂ ਦੇਖਦੇ ਤਾਂ ਮਤਲਬ ਇਹ ਨਹੀਂ ਕਿ ਹਵਾ 'ਚ ਨਹੀਂ ਦਿਖ ਰਹੇ, ਉਹ ਹੈ ਨਹੀਂ। ਤੇ ਉਹਨਾਂ ਦੇ ਹਾਂ ਕਈ ਇਹ ਹੈ ਕਿ ਵੀ ਕੰਪੈਰੀਜ਼ਨ ਜਦੋਂ ਤੁਸੀਂ ਕਰਦੇ ਹੋ, ਕੰਪੈਰੀਜ਼ਨ ਦੇ ਵਿੱਚ ਰੇਸ਼ੋ ਘੱਟ ਹੋਊਗੀ ਪਿੰਡਾਂ ਦੇ ਵਿੱਚ। ਜੇ ਆਪਾਂ ਇਹ ਸ਼ਬਦ ਵਰਤੀਏ ਕਿ ਹੈ ਨਹੀਂ, ਤੇ ਉਹਨਾਂ ਦੇ ਮਾਂ-ਬਾਪ ਕਿੱਥੇ ਚਲੇ ਗਏ ਰੁਲਦੇ ਆ? ਘਰ ਦੇ ਵਿੱਚ ਐਡਾ ਵੱਡਾ ਵਿਹੜਾ ਤੇ ਉਹਨਾਂ ਦਾ ਐਡਾ ਵੱਡਾ ਘਰ ਹੈਗਾ, ਤੇ ਉਹਨਾਂ ਦੇ ਮਾਂ-ਬਾਪ ਕਿਉਂ ਬੋਝ ਕਿਉਂ ਸਮਝ ਰਹੇ ਆ?
ਉੱਥੇ ਮਤਲਬ ਆਪਸ ਵਿੱਚ ਐਡਜਸਟਮੈਂਟ ਕਰਨ ਦੀ ਕਪੈਸਿਟੀ ਇੰਨੀ ਘੱਟ ਕਿਉਂ ਹੈ? ਉਹਨਾਂ ਦੇ ਮਤਲਬ ਇਹੋ ਜਿਹੇ ਬਿਹੇਵੀਅਰ ਇਰੀਟੇਟਡ ਬਿਹੇਵੀਅਰ ਕਿਉਂ ਹੈ? ਕਿਉਂ ਉੱਥੇ ਬੰਦੇ ਮਤਲਬ ਮਾੜੀ ਮਾੜੀ ਗੱਲ ਤੇ ਬੰਦੇ ਮਰ ਜਾਂਦੇ ਆ, ਲੜਾਈਆਂ ਝਗੜੇ ਇੰਨੇ ਜਨਮ ਲੈਂਦੇ ਆ ਪਿੰਡਾਂ ਦੇ ਵਿੱਚ? ਘੱਟ ਹੋਣਗੇ ਸ਼ਹਿਰਾਂ ਦੇ ਮੁਕਾਬਲੇ ਕੁਛ, ਪਰ ਇਹ ਗੱਲ ਕਹਿ ਦੇਣੀ ਤੇ ਸ਼ਹਿਰਾਂ ਦੀ ਹਵਾ ਤੁਹਾਨੂੰ ਕੀ ਲੱਗਦਾ ਪਿੰਡਾਂ ਵੱਲ ਨੂੰ ਜਾਂਦੀ ਨਹੀਂ ਹੈਗੀ? ਕਿ ਪਿੰਡਾਂ ਵਾਲੇ ਸ਼ਹਿਰਾਂ ਵਿੱਚ ਨਹੀਂ ਜਾਂਦੇ? ਕਿ ਪਿੰਡਾਂ ਵਾਲਿਆਂ ਦੇ ਬੱਚੇ ਸ਼ਹਿਰਾਂ ਵਿੱਚ ਨਹੀਂ ਪੜ੍ਹਦੇ? ਕਿ ਉਹ ਸੰਸਕਾਰ ਉੱਥੋਂ ਲੈਂਦੇ ਨਹੀਂ? ਕਿ ਉਹ ਕੰਪਨੀ ਵਾਤਾਵਰਨ ਇਨਵਾਇਰਨਮੈਂਟ ਦੇ ਵਿੱਚੋਂ ਉਹ ਸੋਚ ਉਹ ਆਪਣੇ ਪਿੰਡਾਂ ਦੇ ਵਿੱਚ ਨਹੀਂ ਲੈ ਕੇ ਆ ਰਹੇ? ਇਹ ਅਲੱਗ-ਅਲੱਗ ਕਿਵੇਂ ਹੋ ਸਕਦੇ ਆ? ਪਿੰਡਾਂ ਵਾਲੇ ਸ਼ਹਿਰਾਂ 'ਚ ਵਸੇ ਜਾ ਕੇ, ਤੇ ਹੁਣ ਸ਼ਹਿਰਾਂ ਦੇ ਵਿੱਚ ਪਿੰਡਾਂ ਵਾਲੇ ਜਾ ਕੇ ਮਤਲਬ ਪੜ੍ਹਦੇ ਆ ਤੇ ਕੰਮ ਕਰਦੇ ਆ ਤੇ ਦਫ਼ਤਰਾਂ 'ਚ ਇਕੱਠੇ ਬੈਠਦੇ ਆ। ਤੇ ਇਹ ਸੋ ਕਹਿਣ ਦਾ ਮਤਲਬ ਹੈ ਥਾਂ ਨਹੀਂ, ਹਾਲਾਤ ਤੁਹਾਡੇ ਦਿਮਾਗ ਦੇ ਉੱਤੇ ਜੋ ਅਸਰ ਪਾ ਰਹੇ ਨੇ, ਪ੍ਰਭਾਵ ਪਾ ਰਹੇ ਨੇ, ਉਹਦੇ ਨਾਲ ਤੁਸੀਂ ਡਿਪਰੈਸ਼ਨ ਦੇ ਵਿੱਚ ਜਾ ਸਕਦੇ ਹੋ। ਉਹਦੇ ਲਈ ਤੁਹਾਨੂੰ ਆਪਣੇ ਲਈ ਕੌਨਸ਼ੀਅਸ ਹੋਣਾ ਜ਼ਰੂਰੀ ਹੈ। ਸਾਨੂੰ ਮਤਲਬ ਬਿਲਕੁਲ ਪਹਿਲੀ ਗੱਲ ਤਾਂ ਅਸੀਂ ਜੀਵਨ ਤੋਂ ਚਾਹੁੰਦੇ ਕੀ ਹਾਂ, ਸਾਨੂੰ ਕਲੀਅਰ ਹੋਣਾ ਚਾਹੀਦਾ ਵੀ ਪੈਸਾ, ਪਦਾਰਥ, ਪਦਵੀਆਂ, ਜਿਵੇਂ ਆਪਾਂ ਕਹੇ ਨਾ, ਜਿਵੇਂ ਆਪਾਂ ਗੱਲ ਕਰਦੇ, ਮੈਂ ਕਿਹਾ ਵੀ ਸੱਜਣਾ ਤੁਸੀਂ ਕਹਿੰਦਾ ਵੀ ਆਪਾਂ ਤਾਂ ਨਹੀਂ, ਇਹ ਵੀ ਮੇਰਾ ਹੱਕ, ਆ ਵੀ ਮੇਰਾ ਹੱਕ, ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ, ਹੈ ਨਾ? ਉਹ ਕਹੀ ਜਾਂਦਾ ਦੂਜੇ ਦਾ ਹੱਕ ਹੁੰਦਾ, ਉਹ ਵੀ ਚਾਹੀਦਾ ਉਹਨੂੰ, ਹੈ ਨਾ? ਉਹ ਇਹਦੇ ਮੁਤਾਬਕ ਕਹਿੰਦਾ ਵੀ ਮੈਂ ਬਹੁਤ ਮਤਲਬ ਆਪਣੇ ਆਪ ਨੂੰ ਚਤਰ ਚਲਾਕ ਸਮਝਦਾ ਹੈਗਾ, ਪਰ ਡਿਸਟਰਬ ਬਹੁਤ ਹੁੰਦਾ ਉਹ, ਹੈ ਨਾ? ਦੂਜਾ ਕਹਿੰਦਾ ਆਪਾਂ ਤਾਂ ਦੱਬ ਕੇ ਕਮਾਉਂਦੇ ਆ, ਖਾਂਦੇ ਪੀਂਦੇ ਆ ਤੇ ਐਸ਼ ਕਰਦੇ ਆ। ਇੱਕ ਤੀਜਾ ਬੈਠਿਆ ਨਾਲ ਕਹੀ ਜਾਂਦਾ, ਕਹਿੰਦਾ ਭਲਾ ਪੰਛੀਆਂ ਨੂੰ ਮੈਂ ਸਵੇਰੇ ਦੇਖਦਾ ਹੁੰਦਾ ਵੀ ਸਵੇਰੇ ਐ ਚੋਗਾ ਚੁੱਕੇ ਅਡਾਰੀਆਂ ਮਾਰਦੇ, ਸਾਰੇ ਇੰਜੋਏ ਕਰਦੇ। ਕਹਿੰਦਾ ਭਲਾ ਆਪਾਂ ਜਾਨਵਰਾਂ ਵਾਲੀ ਕੈਟਾਗਰੀ 'ਚ ਆਉਂਦੇ ਆ ਜਾਂ ਕਿਸੇ ਹੋਰ 'ਚ ਆਉਂਦੇ ਆ ਵੀ ਉਹ ਵੀ ਖਾਂਦੇ ਪੀਂਦੇ ਉਡਾਰੀਆਂ ਮਾਰਦੇ ਆ? ਮਤਲਬ ਇਸ ਬ੍ਰਹਿਮੰਡ 'ਚ ਗਿਆ ਸਾਰੀ ਖੁੱਲ੍ਹੀ ਵੀ ਅਸੀਂ ਖਾਣਾ ਪੀਣਾ, ਬੱਚੇ ਪੈਦਾ ਕਰ ਲਏ, ਉਹਨਾਂ ਲਿਆ ਲੈਣੇ, ਬਣਾ ਲੈਣੇ, ਵੀ ਇਹ ਸਾਰਾ ਕੰਮ ਤਾਂ ਉਹ ਕਰਦੇ, ਭਲਾ ਆਪਾਂ ਕਿੰਨਾ ਵੀ ਚਾਹੁੰਦੇ ਆ? ਕਹਿੰਦਾ ਦੂਜਾ ਕਹਿੰਦਾ ਤੂੰ ਸਾਨੂੰ ਜਾਨਵਰ ਕਹਿਣਾ ਚਾਹੁੰਦਾ? ਕਹਿੰਦਾ ਨਹੀਂ, ਮੈਂ ਤਾਂ ਕਰੈਕਟਰ ਮੈਚ ਕਰ ਰਿਹਾ ਸੀ ਵੀ ਤੁਹਾਡਾ ਕਿੰਨਾ। ਇਸ ਕਰਕੇ ਜੇ ਰੱਬ ਨੇ ਇੰਨੀ ਚੇਤਨਤਾ ਦੇ ਕੇ ਧਰਤੀ ਤੇ ਭੇਜਿਆ ਤਾਂ ਇਹਦਾ ਬੈਲੈਂਸ ਬਣਾਉਣ ਲਈ ਸਾਨੂੰ ਇੰਨੀ ਚੇਤਨਤਾ ਦਿੱਤੀ ਹੈ। ਜੇ ਪੇਟ ਭਰ ਕੇ ਸੌਣਾ ਹੀ ਸੀ ਫਿਰ ਤਾਂ ਸਾਰੇ ਪੰਛੀ ਜਾਨਵਰ। ਇੱਕ ਹੋਰ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿਵੇਂ ਕਿ ਪ੍ਰਭ ਆਸਰਾ ਸੰਸਥਾ ਸਮਾਜ ਸੇਵੀ ਸੰਸਥਾ ਹੈ, ਨਾਲ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਜਾਂ ਫਿਜ਼ੀਕਲ ਹੈਲਥ ਦੀ ਵੀ ਗੱਲ ਕਰਦੇ ਹਾਂ, ਸੋ ਕਿਸ ਤਰੀਕੇ ਦੇ ਨਾਲ ਇਸ ਨੂੰ ਡਿਫਾਈਨ ਕਰੋਗੇ, ਲੋਕੀ ਕਿਵੇਂ ਅੰਡਰਸਟੈਂਡ ਕਰਨ ਕਿ ਇਹ ਸਮਾਜ ਸੇਵਾ ਦਾ ਕਿਵੇਂ ਹਿੱਸਾ ਹੈ? ਸੋ ਉਸ ਨੂੰ ਕੀ ਕਹੋਗੇ? ਸਮਾਜ ਸੇਵਾ ਦਾ ਹਿੱਸਾ ਮੈਂਟਲ ਤੇ ਫਿਜ਼ੀਕਲ ਹੈਲਥ ਜੀ, ਇਹ ਸਮਾਜ ਸੇਵਾ ਦਾ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਵੇਂ ਪ੍ਰਭ ਆਸਰਾ ਸੰਸਥਾ ਇੱਕ ਸਮਾਜ ਸੇਵੀ ਸੰਸਥਾ ਹੈ, ਸੋ ਮੈਂਟਲ ਹੈਲਥ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ, ਇਸ ਨੂੰ ਇੱਕ ਸਮਾਜ ਸੇਵਾ ਅਸੀਂ ਕਿਵੇਂ ਕਹਾਂਗੇ ਜਾਂ ਇੱਕ ਮੈਡੀਕਲ ਟਰਮ ਹੈ? ਇਹਦੇ ਉੱਤੇ ਤਾਂ ਸਪੈਸ਼ਲ ਤੁਸੀਂ ਡਿਬੇਟ ਰੱਖਿਓ ਇੱਕ ਦਿਨ ਵੀ ਇਹ ਅੱਡ ਕਿਵੇਂ ਕਰ ਦਿੱਤੇ। ਜਿਵੇਂ ਕਹਿੰਦੇ ਬਾਪੂ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਹੈਗਾ, ਕਹਿੰਦਾ ਮੇਰਾ ਪਰਿਵਾਰ ਡਿਸਟਰਬ ਹੋ ਰਿਹਾ। ਮੈਂ ਕਿਹਦੇ ਨਾਲ ਹੋ ਰਿਹਾ? ਕਹਿੰਦਾ ਪਿਤਾ ਜੀ ਨਾਲ ਹੋ ਰਿਹਾ। ਜੀ, ਇਹ ਤਾਂ ਉਹੋ ਜਿਹੀ ਗੱਲ ਲੱਗਦੀ ਹੈ, ਇਹ ਤਾਂ ਉਹੋ ਜਿਹੀ ਗੱਲ ਲੱਗਦੀ ਹੈ ਮੈਨੂੰ। ਤੇ ਇਹ ਜਿਹੜੀ ਕਈ ਵਾਰ ਇਦਾਂ ਦੇ ਸਵਾਲ ਲੋਕੀ ਚੁੱਕਦੇ ਨੇ, ਸੋ ਮੈਂ ਚਾਹੁੰਦਾ ਕਿ ਤੁਸੀਂ ਉਸ ਦਾ ਜਵਾਬ ਬਿਲਕੁਲ ਚੁੱਕਣੇ ਚਾਹੀਦੇ ਆ। ਤੇ ਇਹ ਜਿਹੜਾ ਸਮਾਜ ਸੇਵਾ ਦਾ ਕਨਸੈਪਟ ਹੈ, ਸਮਾਜ ਨੂੰ, ਸਮਾਜ ਸਾਡਾ ਇੱਕ ਜਿਹੜਾ ਪਰਿਵਾਰ ਹੈਗਾ, ਜਿਹੜਾ ਫੀਲ ਹੁੰਦਾ, ਜਿਹਨੂੰ ਫੀਲ ਹੁੰਦਾ ਗੱਲ ਤਾਂ ਉਹਦੀ ਆਪਾਂ, ਜਿਹਨੂੰ ਨਹੀਂ ਫੀਲ ਹੁੰਦਾ ਦੁਖਦਾਰੂ ਤਾਂ ਉਹਦੇ ਲਈ ਹੈ ਜਿਹੜਾ ਬੰਦਾ ਸੁਚੇਤ ਹੈ। ਹਰ ਇੱਕ ਇਨਸਾਨ ਲਈ ਦੁਖਦਾਰੂ ਨਹੀਂ ਹੈਗੇ। ਇਸ ਕਰਕੇ ਹਰ ਡਾਇਲੌਗ ਜਿਹੜਾ ਹੁੰਦਾ ਉਹ ਹਰ ਮਨੁੱਖ ਤੇ, ਇਸ ਲਈ ਕਹਿੰਦਾ ਬੰਦਾ ਹਰ ਇੱਕ ਡਾਕਟਰ ਬਣ ਸਕਦਾ, ਇੰਜੀਨੀਅਰ ਬਣ ਸਕਦਾ, ਕਹਿੰਦਾ ਬਣ ਸਕਦਾ, ਪਰ ਜਿਹੜੇ ਬੰਦੇ ਨੇ ਉਸ ਲੈਵਲ ਤੇ ਪੜ੍ਹਾਈ ਕੀਤੀ, ਟੈਸਟ ਪਾਸ ਕੀਤੇ, ਉਹ ਬਣ ਸਕਦਾ, ਹੈ ਨਾ? ਇਸ ਕਰਕੇ ਇਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ, ਇਹ ਜਿਹਨੇ ਕੁਦਰਤ ਦੇ ਉੱਤੇ ਵਿਸ਼ਵਾਸ ਕੀਤਾ, ਬਲਿਹਾਰੀ ਕੁਦਰਤ ਵਸਿਆ ਮਹਿਸੂਸ ਕੀਤਾ, ਉਹਦੇ ਲਈ ਫਿਰ ਜੇ ਉਹਨੂੰ ਜੋ ਕੁਝ ਚਾਹੀਦਾ ਹੈ ਉਹ ਸਾਰਿਆਂ ਨੂੰ ਚਾਹੀਦਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਅਸੀਂ ਸਾਰੇ ਇੱਕ ਨੂੰ ਬਿਲੋਂਗ ਕਰਦੇ ਹਾਂ। ਏਕ ਪਿਤਾ ਇੱਕ ਕੇ ਹਮ ਬਾਰਿਕ ਹੈ, ਉਹ ਸਾਂਝਾ ਸਾਹਿਬ ਬਾਪ ਹਮਾਰਾ ਹੈ, ਇਹ ਜਗ ਸੱਚੀ ਕੀ ਕੋਠੜੀ ਹੈ। ਇਸ ਕਰਕੇ ਕਹਿੰਦਾ ਵੀ ਕੀ ਕਰਨਾ ਚਾਹੀਦਾ ਫਿਰ ਮੈਨੂੰ? ਕਹਿੰਦਾ ਵੀ ਜੋ ਤੂੰ ਆਪਣੇ ਲਈ, ਆਪਣੇ ਪਰਿਵਾਰ ਲਈ ਕਰਦਾ, ਤੈਨੂੰ ਉਹੀ ਸੋਚ ਸਮਾਜ ਲਈ ਰੱਖਣੀ ਚਾਹੀਦੀ ਹੈ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਸਾਰੇ ਇੱਕ ਤੋਂ ਆਏ ਹੈ। ਤੇ ਇਹਦੇ ਵਿੱਚ ਜਵਾਬ ਇਸ ਗੱਲ ਦਾ ਬੜਾ ਕਲੀਅਰ ਮੈਸੇਜ ਚਲਿਆ ਜਾਂਦਾ ਹੈ ਕਿ ਪ੍ਰਭ ਆਸਰਾ ਕਿਸੇ ਬਾਉਂਡਰੀ ਦਾ ਨਾਮ ਨਹੀਂ ਹੈ। ਪ੍ਰਭ ਆਸਰਾ ਸਮਾਜ ਦੇ ਵਿੱਚ ਇਹ ਨਹੀਂ ਚਾਹੁੰਦਾ ਵੀ ਸਮਾਜ ਜਿਹੜਾ ਇਨਵਾਇਰਨਮੈਂਟ ਜਿਹੜਾ ਹੈਗਾ ਨਾ, ਚੰਗਾ ਤੇ ਮਾੜਾ ਇਨਵਾਇਰਨਮੈਂਟ, ਜਿਹੜੀ ਮੈਂ ਗੱਲ ਕਰਦਾ ਸੀ, ਚੰਗਿਆਈਆਂ ਬੁਰਾਈਆਂ ਵਾਚੇ ਧਰਮਾਂ ਦੂਰ, ਵੀ ਜਿਹੜੇ ਚੰਗੇ ਵਾਤਾਵਰਨ ਜਿਹੜਾ ਹੈਗਾ ਸਾਨੂੰ ਉਹ ਘੱਟ ਮਿਲ ਰਿਹਾ। ਪੇਰੈਂਟਸ ਨੂੰ ਵੀ ਅਫਸਰ ਚਾਹੀਦਾ ਬੱਚਾ, ਪਰ ਇਨਸਾਨ ਨਹੀਂ ਚਾਹੀਦਾ। ਜਿਹਨਾਂ ਨੂੰ ਇਨਸਾਨ ਚਾਹੀਦਾ ਉਹਨਾਂ ਨੂੰ ਸਲੂਟ ਹੈ ਸਾਡਾ, ਹੈ ਨਾ? ਪਰ ਟੀਚਰ ਜਿਹੜਾ ਹੈਗਾ ਉਹਨੇ ਇਨਸਾਨ ਨੈਤਿਕ ਕਦਰਾਂ ਕੀਮਤਾਂ ਇਨਵਾਇਰਨਮੈਂਟ ਦੇ ਵਿੱਚੋਂ, ਵਾਤਾਵਰਨ ਚੋਂ ਜੋ ਸਾਨੂੰ ਇਹ ਨੈਤਿਕ ਕਦਰਾਂ ਕੀਮਤਾਂ ਜਿਹਦੇ ਵਿੱਚ ਅਸੀਂ ਸਾਰੀਆਂ ਵੈਲਿਊਜ਼ ਕਹਿੰਦੇ ਹਾਂ, ਭਾਵੇਂ ਸਾਡੀਆਂ ਸਮਾਜਿਕ ਹੈ, ਭਾਵੇਂ ਸਾਡੀਆਂ ਜਿਵੇਂ ਨੈਤਿਕ ਦੇ ਨਾਲ ਨਾਲ ਦੂਜੀਆਂ ਰਾਜਨੀਤਿਕ ਵੀ ਹੈਗੀਆਂ, ਤੇ ਉਹਦੇ ਨਾਲ ਨਾਲ ਸਾਡੇ ਭਾਵੇਂ ਧਾਰਮਿਕ ਵੀ ਹੋ ਗਏ, ਭਾਵੇਂ ਮਾਨਸਿਕ ਹੋ ਗਏ, ਇਹ ਸਾਰਾ ਸਾਡਾ ਬਿਹੇਵੀਅਰ ਜਿਹੜਾ ਹੈਗਾ ਨਾ ਇਨਵਾਇਰਨਮੈਂਟ ਦੇ ਵਿੱਚੋਂ ਜਨਮ ਲੈਂਦਾ ਹੈਗਾ। ਇਨਵਾਇਰਨਮੈਂਟ ਦਾ ਬਹੁਤ ਵੱਡਾ ਪ੍ਰਭਾਵ ਹੈ, ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਮਤਲਬ ਇਹ ਜਿਹੜੀ ਚੀਜ਼ ਸਾਡੀ ਇੱਕ ਤੋਂ ਆਪਾਂ ਮਹਿਸੂਸ ਕਰਦੇ ਹਾਂ ਨਾ ਬੜੀ ਕਲੀਅਰਲੀ, ਹੈ ਨਾ? ਨਹੀਂ ਤਾਂ ਅਸੀਂ ਸੂਰਜ ਵੀ ਵੱਖਰਾ ਬਣਾ ਲੈਣਾ ਸੀ, ਇੱਕ ਨਾਲ ਨਹੀਂ ਸੀ ਆਪਣਾ ਗੁਜ਼ਾਰਾ ਹੋਣਾ, ਹੈ ਨਾ? ਤੇ ਅਸੀਂ ਸਾਰੇ ਇੱਕ ਨੂੰ ਬਿਲੋਂਗ ਕਰਦੇ ਹਾਂ। ਇਸ ਕਰਕੇ ਜੋ ਚੀਜ਼ ਮੈਨੂੰ ਚਾਹੀਦੀ, ਮੈਨੂੰ ਸਿਰ ਤੇ ਛੱਤ ਚਾਹੀਦੀ ਹੈ, ਸਭ ਨੂੰ ਸਿਰ ਤੇ ਛੱਤ ਚਾਹੀਦੀ ਹੈ।
ਜੇਕਰ ਮੈਨੂੰ ਜੋ ਚੀਜ਼ ਹੈ ਨਾ, ਹੈਲਥ ਚਾਹੀਦੀ, ਐਜੂਕੇਸ਼ਨ ਚਾਹੀਦੀ, ਰੁਜ਼ਗਾਰ ਚਾਹੀਦਾ, ਸਭ ਨੂੰ ਚਾਹੀਦਾ। ਜਿੱਦਣ ਇਹ ਸੋਚ ਆ ਗਈ ਸਾਡੇ ਅੰਦਰ, ਉਸ ਦਿਨ ਡਿਪਰੈਸ਼ਨ ਨਾਂ ਦੀ ਚੀਜ਼ ਨਹੀਂ ਰਹੇਗੀ। ਉਸ ਦਿਨ ਸਾਡਾ ਮੂਡ ਕੋਈ ਆਫ ਨਹੀਂ ਕਰ ਸਕੇਗਾ, ਸਾਡਾ ਕਿਸੇ ਦਾ ਡਾਇਲੌਗ ਸਾਨੂੰ ਡਿਸਟਰਬ ਨਹੀਂ ਕਰ ਸਕੇਗਾ। ਜ਼ਿੰਦਗੀ ਚੋਂ ਗਿਲੇ ਸ਼ਿਕਵੇ ਨਿਕਲ ਜਾਣਗੇ, ਫੀਅਰ ਤੇ ਇਨਸਿਕਿਉਰਿਟੀ ਖਤਮ ਹੋ ਜਾਊਗੀ, ਤੇ ਉਸ ਦਿਨ ਫਿਰ ਸਾਡੀ ਜ਼ਿੰਦਗੀ ਵਿੱਚ ਸੁਖੀ ਤੇ ਖੁਸ਼ਹਾਲੀ ਆਪਣੇ ਆਪ ਆ ਜਾਏਗੀ ਤੇ ਸਮਾਜ ਵਿੱਚ ਫੈਲ ਜਾਏਗੀ। ਜੀ, ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ ਗੱਲ ਕਿ ਪ੍ਰਭ ਆਸਰਾ ਸੰਸਥਾ ਕੋਈ ਬਾਉਂਡਰੀ ਦਾ ਨਾਮ ਨਹੀਂ ਹੈ। ਸੋ ਜੋ ਕੁਝ ਸਮਾਜ ਦੇ ਵਿੱਚ ਇੱਕ ਸਮਾਜ ਨੂੰ ਬਣਾਉਂਦਾ ਜੁੜ ਕੇ, ਉਸ ਦਾ ਪ੍ਰਭ ਆਸਰਾ ਖਿਆਲ ਰੱਖੇਗਾ। ਔਰ ਉਹੀ ਚੀਜ਼ ਮਤਲਬ ਹੁਣ ਕੋਈ ਚੀਜ਼, ਹੁਣ ਇੱਥੇ ਇੱਕ ਚੀਜ਼ ਇਕੱਠੀ ਹੋ ਗਈ ਹੈ, ਉਹਨੂੰ ਕਹਿੰਦੇ ਪਾਣੀ ਖਰਾਬ ਇਕੱਠਾ ਹੋ ਗਿਆ, ਉਹਨੂੰ ਅਸੀਂ ਕੱਢੀ ਜਾ ਰਹੇ, ਕਹਿੰਦੇ ਇੱਧਰੋਂ ਵੀ ਆ ਰਿਹਾ ਪਾਣੀ, ਇੱਧਰੋਂ ਵੀ ਆ ਰਿਹਾ ਖਰਾਬ, ਉਹ ਸਿਹਤ ਖਰਾਬ ਹੋ ਕੇ ਇੱਧਰੋਂ ਵੀ ਆ ਰਹੀ ਹੈ, ਇੱਧਰੋਂ ਵੀ ਆ ਰਹੀ ਹੈ। ਉਹ ਮੈਂ ਕਿਹਾ ਸਮਾਜ ਨੂੰ ਵਿਗਾੜ ਰਹੀ ਇਹ ਜਿਹੜੀ ਸ਼ਾਰਟ ਟਰਮ ਹੈ, ਜਿਹੜਾ ਸਾਡੀ ਬਾਉਂਡਰੀ ਹੈ ਜੀ, ਇਹਦੇ ਵਿੱਚ ਤਾਂ ਅਸੀਂ ਮਤਲਬ ਸਾਡੇ ਸ਼ਾਰਟ ਟਰਮ ਜਿਹੜਾ ਚਲੇ ਹੀ ਗਿਆ ਡਿਪਰੈਸ਼ਨ 'ਚ, ਉਹਦੇ ਉੱਤੇ ਵਰਕ ਕਰ ਰਹੇ ਹਾਂ ਵੀ ਫਟਾਫਟ ਉਹ ਠੀਕ ਹੋਵੇ, ਰੀਹੈਬਿਲਿਟੇਟ ਹੋਵੇ, ਜਿਹਦੇ ਵਿੱਚ ਸੈਂਕੜੇ ਲੋਕ ਠੀਕ ਹੋਏ ਹੈ। ਤੁਹਾਡੇ ਥਰੂ ਕਿੰਨੇ ਲੋਕ ਵਾਰਸਾਂ ਦੇ ਹਵਾਲੇ ਹੋਏ ਹੈ, ਜਿਹੜੇ ਸਰੋਤੇ ਸੁਣ ਰਹੇ ਆ, ਇਹਨਾਂ ਦੇ ਸਹਿਯੋਗ ਦੇ ਨਾਲ ਕਿੰਨੇ ਲੋਕਾਂ ਨੂੰ ਦੁਬਾਰਾ ਜੀਵਨ ਮਿਲਿਆ। ਪਰ ਜਿਹੜੇ ਹੁਣ ਡਿਸਟਰਬ ਹੋ ਰਹੇ ਹੈ, ਜਿਹੜੇ ਕਿ ਬਾਰਡਰ ਲਾਈਨ ਤੇ, ਜਿਹੜੇ ਕਿ ਬਚ ਸਕਦੇ ਹੈ, ਅਸੀਂ ਚਾਹੁੰਦੇ ਵੀ ਉਹ ਬਚ ਜਾਣ, ਉਹ ਡਿਪਰੈਸ਼ਨ 'ਚ ਨਾ ਜਾਣ, ਉਹ ਗਿਲੇ ਸ਼ਿਕਵੇ 'ਚੋਂ ਨਿਕਲ ਜਾਣ। ਉਹ ਇਹ ਨਾ ਸੋਚਣ ਕਿ ਦੂਜਾ ਮੇਰੇ ਪ੍ਰਤੀ ਕੀ ਸੋਚਦਾ, ਉਹ ਇਹ ਸੋਚਣ ਕਿ ਮੈਂ ਕੀ ਸੋਚਦਾ ਹੈ। ਆਖਰੀ ਸਵਾਲ ਲਊਂਗਾ ਤੁਹਾਡੇ ਤੋਂ ਮੈਂ, ਕਿਉਂਕਿ ਤੁਹਾਡੇ ਕੋਲੇ ਵੀ ਸਮਾਂ ਬਹੁਤ ਘੱਟ ਹੈ। ਆਖਰੀ ਸਵਾਲ ਇਹ ਹੈ ਕਿ ਜਿਵੇਂ ਅਸੀਂ ਇਹ ਕੈਂਪ ਜਿਹੜਾ ਹੈਗਾ ਮਈ ਦੇ ਮਹੀਨੇ ਦੇ ਵਿੱਚ ਜਾਗਰੂਕਤਾ ਜਿਹੜੀ ਹੈ ਅਸੀਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਇੱਦਾਂ ਹੀ ਮਈ ਦਾ ਮੰਥ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ। ਸੋ ਕੀ ਅਸੀਂ ਇਹ ਜਾਗਰੂਕਤਾ ਕੈਂਪਸ ਨੂੰ ਬਾਹਰ ਵੀ ਲੈ ਕੇ ਜਾਵਾਂਗੇ, ਪਿੰਡਾਂ ਜਾਂ ਹੋਰ ਸ਼ਹਿਰਾਂ ਤੱਕ, ਕਿ ਪ੍ਰਭ ਆਸਰਾ ਦੇ ਵਿਹੜੇ ਤੋਂ ਨਿਕਲ ਕੇ ਹੋਰ ਲੋਕਾਂ ਤੱਕ ਵੀ, ਮਤਲਬ ਬਹੁਤ ਸਾਰੇ ਲੋਕ, ਹਾਲਾਂਕਿ ਇੱਥੇ ਵੀ ਬਹੁਤ ਵੱਡੀ ਭੀੜ ਇਕੱਠੀ ਹੋਈ ਹੈ, ਪਹੁੰਚੇ ਨੇ ਲੋਕ, ਹਿੱਸਾ ਲੈ ਰਹੇ ਨੇ, ਤੇ ਕੀ ਹੋਰ ਵੀ ਲੋਕਾਂ ਤੱਕ ਇਹ ਪਹੁੰਚੇਗਾ ਕੈਂਪ? ਬਿਲਕੁਲ, ਇਹ ਬੜੇ ਸਮਾਜ ਦਾ ਦਰਦ ਰੱਖਣ ਵਾਲੇ, ਦਿਲੋਂ ਮੁਹੱਬਤ ਕਰਨ ਵਾਲੇ, ਮਾਨਵਤਾ ਦੇ ਪ੍ਰੇਮੀ ਉਹ ਲੋਕ ਹੈ। ਇਹਦੇ ਵਿੱਚ ਬੜੇ ਕਲਾਕਾਰ ਜਿਹਨਾਂ ਨੂੰ ਤੁਸੀਂ ਫਿਲਮਾਂ 'ਚ ਦੇਖਦੇ ਹੋ, ਉਹ ਕਲਾਕਾਰ ਹੈ। ਚਾਚਾ ਰੌਣਕੀ ਰਾਮ ਜੀ ਸਭ ਤੋਂ ਪਹਿਲਾਂ ਪਹੁੰਚੇ ਹੋਏ ਹੈ, ਤੇ ਉਹ ਸਾਰੇ ਰਲ ਮਿਲ ਕੇ ਕੋਸ਼ਿਸ਼ ਜਿਹੜੇ ਕਰ ਰਹੇ ਹੈ, ਤੇ ਉਹਨਾਂ ਕਲਾਕਾਰਾਂ ਦੇ ਥਰੂ ਇਹ ਕਲਾ ਜਿਹੜੀ ਹੈ ਸਾਡੀ ਵੀ ਸਮਾਜ ਨੂੰ ਜਗਾਉਣ ਦੇ ਲਈ, ਜਾਗੋ ਭਾਈ, ਆਪਣੇ ਬਾਰੇ ਸੁਚੇਤ ਹੋ ਜਾਓ, ਤੁਹਾਡੀ ਸਿਹਤ ਠੀਕ ਹੈ ਤੇ ਤਾਂ ਹੀ ਤੁਸੀਂ ਸਭ ਲੋਕ ਆਪਣੀ ਲਾਈਫ ਨੂੰ ਚੰਗੇ ਢੰਗ ਨਾਲ ਜੀ ਸਕਦੇ ਹੈਗੇ ਆ। ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਅਲੱਗ-ਅਲੱਗ ਜਿੰਨੇ ਵੀ ਪਲੇਟਫਾਰਮਾਂ ਤੇ ਜਾ ਕੇ, ਜਿੰਨੀ ਜਗ੍ਹਾ ਤੇ ਜਾ ਕੇ ਇਹਨੂੰ ਅਸੀਂ, ਸਾਡਾ ਮਕਸਦ ਤਾਂ ਇਹ ਹੈ ਵੀ ਬੰਦੇ ਦੀ ਸੋਚ ਬਦਲ ਗਈ ਨਾ, ਸ਼ਖਸੀਅਤ ਬਦਲ ਜੂਗੀ, ਸਮਾਜ ਬਦਲ ਜੂਗਾ। ਇਹਦੇ ਲਈ ਅਸੀਂ ਯਤਨਸ਼ੀਲ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਔਰ ਇਸ ਤਰੀਕੇ ਦੇ ਉਪਰਾਲੇ ਕਰਨ ਲਈ। ਪ੍ਰਭ ਆਸਰਾ ਸੰਸਥਾ ਦੇ ਵਿੱਚ ਜਦੋਂ ਵੀ ਆਉਂਦੇ ਆ, ਸਾਨੂੰ ਇਹ ਮਹਿਸੂਸ ਹੁੰਦਾ ਕਿ ਥੋੜ੍ਹਾ ਬਹੁਤਾ ਅਸੀਂ ਵੀ ਆਪਣੇ ਆਪ ਨੂੰ ਜਿਹੜਾ ਹੈ ਸੁਧਾਰ ਕੇ ਜਾਂਦੇ ਹਾਂ ਇੱਥੋਂ, ਔਰ ਇੱਥੇ ਆਉਣਾ ਜਿਹੜਾ ਹੈ ਸਭ ਦਾ ਸਫਲ ਰਹੇ। ਔਰ ਇਸੇ ਤਰੀਕੇ ਦੇ ਨਾਲ ਬਹੁਤ ਸਾਰੀ ਸੰਗਤਾਂ ਜਿਹੜੀਆਂ ਇੱਥੇ ਮੌਜੂਦ ਨੇ, ਉਹ ਦਰਦ ਰੱਖਦੀਆਂ ਨੇ ਸਮਾਜ ਦਾ, ਔਰ ਹਿੱਸੇਦਾਰੀ ਪਾ ਰਹੀਆਂ ਨੇ, ਤੁਸੀਂ ਵੀ ਹਿੱਸੇਦਾਰੀ ਪਾ ਰਹੇ ਹੋ। ਇਸ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ। ਨਹੀਂ, ਤੁਸੀਂ ਜਿਹੜੀ ਹਮਦਰਦੀ ਤੁਹਾਡੀ ਹੈ, ਹਮਦਰਦ ਟੀਵੀ, ਤੇ ਇਹ ਹਮਦਰਦੀ ਨਾਲ ਲੋਕਾਂ ਨੂੰ ਬਹੁਤ ਸਾਰੇ ਜਿਹੜੀ ਹੈ ਨਾ ਇੱਕ ਦੂਜੇ ਦੀ ਪ੍ਰਤੀ ਇਹ ਸੋਚ ਵੀ ਬਣ ਰਹੀ ਹੈ ਕਿ ਵਾਕਈ ਯਾਰ ਕਿਸੇ ਦੇ ਕੰਮ ਆਉਣਾ ਹੀ ਇਨਸਾਨੀਅਤ ਹੈ। ਨਹੀਂ, ਆਪਣੇ ਲਈ ਤਾਂ ਸਾਰੇ ਪਸ਼ੂ ਪੰਛੀ ਵੀ ਜੀ ਲੈਂਦੇ ਨੇ, ਆਪਣਾ ਪੇਟ ਭਰ ਕੇ ਤਾਂ ਉਹ ਵੀ ਹੈ ਨਾ, ਬੱਚੇ ਦਾ ਪੈਦਾ ਉਹ ਵੀ ਕਰ ਲੈਣੇ, ਆਲਣੇ ਤਾਂ ਉਹ ਵੀ ਬਣਾ ਲੈਂਦੇ ਆ, ਪਰ ਜੇ ਕਿਸੇ ਦੇ ਕੰਮ ਆਵੇ ਜੀਵਨ ਦਾ ਮਕਸਦ ਤਾਂ ਉਦੋਂ ਹੀ ਬਣਦਾ ਹੈ। ਇਹ ਸਾਡੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਮੁੱਦੇ ਲੈ ਕੇ ਆਉਂਦੇ ਆ ਨਾ ਸਮਾਜ ਦੇ, ਇਹਦੇ ਨਾਲ ਵਾਕਈ ਸਮਾਜ ਨੂੰ ਰਿਲੀਫ ਮਿਲਦੀ ਹੈ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੋ ਅਸੀਂ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਜਿਹੜੀ ਮਾਨਸਿਕ ਸਿਹਤ ਹੈਗੀ ਉਸ ਦਾ ਖਿਆਲ ਰੱਖਣਾ ਤੁਹਾਡੇ ਆਪਣੇ ਵੱਸ ਵੀ ਹੈਗਾ। ਸੋ ਆਪਣਿਆਂ ਦਾ ਖਿਆਲ ਰੱਖੋ। ਅਗਰ ਕੋਈ ਸ਼ਿਕਾਇਤ ਇੱਦਾਂ ਦੀ ਲੱਗਦੀ ਹੈ ਤਾਂ ਜ਼ਰੂਰ ਉਸ ਦੇ ਲਈ ਸੰਪਰਕ ਕਰੋ, ਔਰ ਖਾਸ ਤੌਰ ਦੇ ਉੱਤੇ ਜੇ ਤੁਸੀਂ ਪ੍ਰਭ ਆਸਰਾ ਸੰਸਥਾ ਦੀ ਮੁਹਿੰਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰਸ ਵੀ, ਕੰਟੈਕਟ ਨੰਬਰ ਔਰ ਡਿਟੇਲਸ ਜਿਹੜੀਆਂ ਨੇ ਉਹ ਫਲੈਸ਼ ਹੋ ਰਹੀਆਂ ਨੇ, ਸੰਪਰਕ ਕਰ ਸਕਦੇ ਹੋ। ਕੋਈ ਵੀ ਹਿੱਸਾ ਬਣ ਸਕਦਾ ਹੈ, ਕਿਤੋਂ ਵੀ ਹਿੱਸਾ ਬਣ ਸਕਦਾ ਹੈ। ਕੀ ਕਹੋਗੇ ਦਰਸ਼ਕਾਂ ਨਾ? ਬਿਲਕੁਲ ਜੀ, ਬਿਲਕੁਲ। ਪਹਿਲੀ ਗੱਲ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਸ਼ਕਤੀਆਂ ਬਖਸ਼ੇ, ਪਰ ਜੇ ਕਿਸੇ ਨੂੰ ਵੀ ਇਹ ਸਿੰਪਟਮ ਜਿਹੜੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜੇ ਅਪੀਅਰ ਹੁੰਦੇ ਆ, ਕੋਈ ਵੀ ਭਾਵੇਂ ਉਹ ਪਰਿਵਾਰ ਦਾ ਮੈਂਬਰ ਹੈ, ਤੁਸੀਂ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਫੀਲ ਕਰਦੇ ਹੋ, ਤਾਂ ਇੱਥੇ ਸਾਈਕੈਟਰਿਸਟ, ਸਾਈਕੋਲੋਜਿਸਟ ਸਾਡੇ ਕੋਲ ਤੁਸੀਂ ਕਿਸੇ ਵੇਲੇ ਵੀ ਸੰਪਰਕ ਕਰ ਸਕਦੇ ਹੋ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਜੋ ਸਾਨੂੰ ਮਾਲਕ ਨੇ ਤੇ ਸੰਗਤ ਨੇ ਬਖਸ਼ੀ ਹੈ ਕਿ ਆਪਾਂ ਮਤਲਬ ਜਿਹੜਾ ਤੁਹਾਡਾ ਜੀਵਨ ਦੁਬਾਰਾ ਫਿਰ ਇੱਕਦਮ ਤੰਦਰੁਸਤ ਹੋ ਕੇ, ਸਟਰੈਂਥ ਲੈ ਕੇ ਦੁਬਾਰਾ, ਜਿਵੇਂ ਈਗਲ ਹੁੰਦਾ ਹੈ ਨਾ 40 ਸਾਲ ਤੋਂ ਬਾਅਦ ਦੁਬਾਰਾ ਫਿਰ ਉਡਾਨ ਹੋਰ ਲੰਬੀ ਭਰ ਲੈਂਦਾ ਹੈ, ਵੀ ਆਕਾਸ਼ ਖੁੱਲ੍ਹਾ, ਵੀ ਇਸ ਤਰੀਕੇ ਨਾਲ ਅਸੀਂ ਰਲ ਮਿਲ ਕੇ ਸਾਰੇ ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਤੇ ਉਹ ਪੀੜਾ ਜਿਹੜੀ ਘਟਾ ਸਕੀਏ। ਜੀ, ਸੋ ਅਸੀਂ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।